सतनाम वाहिगुरु साहिब जी। श्री नानक अंगद गुरु अमरदास पाद बंद। रामदास अर्जन गुरु बार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानक भगत बैराग। श्री गुरु ग्रंथ साहिब उदद बंदों अनुराग। श्री गुरु शब्द कमाए जिना जीते पंच विकार। तिन संतन को बंदना सिर चरणन पर। एक अंकारा सतगुरु ते प्रसाद सच होए। वाहिगुरु जी की फतेह। विघ्न विनाशन सोए। एक अंकारा सतगुरु ते प्रसाद सच होए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। दोहरा एक दिवस तुर्केश कहे। जयपुर नाथ के साथ बाल बैस श्री हर कृष्ण। निमय हिंदू पद माथ। एक दिवस तुर्केश कहे जयपुर नाथ के साथ। वाहिगुरु जी का खालसा वाहिगुरु जी की फतेह। पतत पावन भगत वत्सल कृपा निधान जुग जुग अटल। प्रगट गुरां की देह प्रताख हार। धन धन सतगुरु श्री गुरु ग्रंथ साहिब महाराज जी की परम पवित्र सत संगत हजूरी दे अंदर। साहिब सतगुरु धर्म रखियक शस्त्र धारी सूरमे जोधे बंदगी दे पुंज। धन धन श्री गुरु तेग बहादुर साहिब महाराज जी के पवित्र तप अस्थान गुरुद्वारा श्री भोरा साहिब जी विखे सतगुरां दे हजूर सजे हुए दीवाना च हाजरियां भर रहे। दर्शन दीदारे कर रहे सेवावां कर रहे गुरु प्यारी खालसा साध संगत जी। सतगुरु साहिब जी की बख्शिश हुई है जो गुरु इतिहास की कथा कहण सुनन दा आपां नूं समां मिलिया है। बाला प्रीतम 8वें पातशाह श्री गुरु हरकृष्ण साहिब महाराज के जीवन के प्रसंग आपां सुना रहे हैं। पिछले समय दौरान आप जी ने साखी इत्थों तक सरवण की है कि श्री गुरु हरकृष्ण साहिब महाराज सच्चे पातशाह के जो बचन होए राम राय के प्रति ये सुन करके संगतां ने राजे ने धन धन की है पातशाह दी दे नाल। संगत सिख मसंद डर भी गए ने कि ऐसा ही ना होवे भी दोवां भाइयों के बचन तो सफले होने ही है। किते गुरियाई गद्दी का कोई नुकसान हो जाए। अजो सब संगतां नूं सब मसंदां नूं सुख देण वाली गुरु नानक की गद्दी है। इत्ते कोई विघन ना पै जाए। इदां जे बचन होण लग पे तो इस तरह की चिंता सिख जाहिर करते हैं। जय जयकार कर रहे हैं गुरु हरकृष्ण साहिब जी की। उधर राजे की सभा दे विच बादशाह औरंगजेब जी सभा दे विच जय सिंह आदक ते होर जिहड़े
ਕੁਝ ਅਹਿਲਕਾਰ ਨੇ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਬਾਰੇ ਮਹਿਮਾ ਦੇ ਬਚਨ ਕਰਦੇ ਨੇ। ਤੇ ਜਦੋਂ ਔਰੰਗਜ਼ੇਬ ਮਹਿਮਾ ਦੇ ਬਚਨ ਸੁਣਦਾ ਹੈ ਤਾਂ ਇਹਦੇ ਮਨ 'ਚ ਆਉਂਦਾ ਵੀ ਮੈਂ ਵੀ ਦਰਸ਼ਨ ਕਰਾਂ। ਜੈ ਸਿੰਘ ਨੂੰ ਕਹਿੰਦਾ ਵੀ ਕੋਈ ਹੀਲਾ ਵਸੀਲਾ ਕਰ। ਉਹ ਕਹਿਣ ਲੱਗਾ ਜੀ ਵੇਖੋ ਮੈਂ ਤੁਹਾਡੇ ਨਾਲ ਬਚਨ ਕੀਤਾ ਸੀ, ਕੀਰਤਪੁਰੋਂ ਮਹਾਰਾਜ ਨੂੰ ਪ੍ਰੇਮ ਸਹਿਤ ਇੱਥੇ ਲੈ ਆਇਆ। ਹੁਣ ਇਹ ਉਹਨਾਂ ਦੀ ਮਰਜ਼ੀ ਆ, ਜੇ ਉਹ ਮਿਲਣਾ ਚਾਹਣ ਤਾਂ, ਬਾਕੀ ਤੁਸੀਂ ਆਪਣਾ ਭੇਜੋ ਕੋਈ ਇਹ ਬੰਦਾ, ਉਹਨਾਂ ਨੂੰ ਬੇਨਤੀ ਕਰਨ, ਮੈਂ ਨਾਲ ਚੱਲਾਂਗਾ। ਔਰੰਗਜ਼ੇਬ ਨੇ ਆਪਣੇ ਸ਼ਹਿਜ਼ਾਦੇ ਬਹਾਦਰ ਸ਼ਾਹ ਨੂੰ ਹੀ ਕੀਮਤੀ ਪਦਾਰਥ ਦੇ ਕੇ 2 ਵੱਡੇ ਵੱਡੇ ਰਕੇਬਾਂ, ਵੱਡੇ ਵੱਡੇ ਥਾਲ ਜਿਹੇ ਤਰ੍ਹਾਂ ਦੇ ਤਸਲੇ ਜਿਹੇ ਭਰ ਕੇ, ਅਤੇ ਇੱਕ ਮੋਹਰਾਂ ਦਾ, ਇੱਕ ਗਹਿਣਿਆਂ ਦਾ, ਨਾਲ ਕੁਝ ਉਮਰਾਵ ਭੇਜੇ ਨੇ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਹਨਾਂ ਕੋਲ ਆਏ ਨੇ। ਤੁਰਦਿਆਂ ਕਿਹਾ ਵੀ ਜੇ ਪ੍ਰੇਮ ਦੇ ਨਾਲ ਸਤਿਗੁਰੂ ਮੇਰੇ ਨਾਲ ਮਿਲਣ ਦਾ ਸਮਾਂ ਨੀਅਤ ਕਰ ਲੈਣ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਜੇ ਨਹੀਂ ਵੀ ਉਹ ਮਿਲਣਾ ਚਾਹਣਗੇ ਤਾਂ ਇੱਕ ਸ਼ਬਦ ਉਹਨਾਂ ਦਾ ਲਿਖਾ ਲਿਆਇਓ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਪਤਾ ਲੱਗਾ, ਕਨਾਤ ਤਾਣਤੀ, ਪੜਦੇ ਦੇ ਓਹਲੇ ਹੀ ਸਤਿਗੁਰੂ ਜੀ ਨੇ ਇਹਨਾਂ ਦੇ ਨਾਲ ਬਚਨ ਬਿਲਾਸ ਕੀਤੇ। ਜੈ ਸਿੰਘ ਨੇ ਗੱਲ ਤੋਰੀ। ਉਮਰਾਵਾਂ ਨੇ ਕਿਹਾ ਵੀ ਮਹਾਰਾਜ ਬਾਦਸ਼ਾਹ ਪਖੰਡੀਆਂ ਨੂੰ ਕਿਸੇ ਨੂੰ ਮੰਨਦਾ ਹੀ ਕੁਝ ਨਹੀਂ, ਅਤੇ ਜਿਹੜੇ ਪਖੰਡੀ ਲੋਕ ਉਹਨਾਂ ਦੇ ਪਾਜ ਉਘੇੜ ਕੇ ਰੱਖ ਦਿੰਦਾ ਹੈ। ਇੱਕ ਤੁਹਾਡੇ ਦਰਸ਼ਨਾਂ ਦੀ ਇੱਛਾ ਰੱਖ ਰਿਹਾ, ਤੁਹਾਨੂੰ ਸੱਚਾ ਜਾਣਦਾ ਹੈ। ਜੈ ਸਿੰਘ ਨੇ ਵੀ ਹਾਮੀ ਭਰੀ। ਸਤਿਗੁਰੂ ਸਾਹਿਬ ਕਹਿਣ ਲੱਗੇ ਵੀ ਸਾਡੇ ਮਿਲੇ ਬਿਨਾਂ ਕਿਹੜਾ ਇਹੋ ਜਿਹਾ ਕੰਮ ਅੜਿਆ ਬਾਦਸ਼ਾਹ ਦਾ ਜਿਹੜਾ ਨਿਕਲ ਨਹੀਂ ਸਕਦਾ, ਵੀ ਸਾਡੇ ਨਾਲ ਮਿਲਣਾ ਜ਼ਰੂਰੀ। ਅਸੀਂ ਇੱਕ ਵਾਰ ਆਪਣੀ ਪ੍ਰਤੱਗਿਆ ਨਾ ਮਿਲਣ ਦਾ ਕਾਰਨ ਦੱਸ ਤਾਂ ਦਿੱਤਾ ਹੈ, ਨਹੀਂ ਮੇਲ ਹੋ ਸਕਦਾ ਸਾਡਾ, ਅਸੀਂ ਆਪਣੇ ਪਿਤਾ ਸਤਿਗੁਰਾਂ ਦੇ ਬਚਨਾਂ ਤੋਂ ਨਹੀਂ ਬਾਹਰ ਜਾ ਸਕਦੇ। ਬਾਦਸ਼ਾਹ ਭਾਵੇਂ ਜਿੰਨਾ ਮਰਜ਼ੀ ਹੁਣ ਪ੍ਰੇਮ ਵਿਖਾਵੇ। ਅਖੀਰ ਗੱਲ ਇਹ ਕਈ ਸ਼ਹਿਜ਼ਾਦੇ ਦੇ ਸਮੇਤ ਸਭ ਉਮਰਾਵਾਂ ਨੇ ਫਿਰ ਸ਼ਬਦ ਲਿਖ ਦਿਓ ਮਹਾਰਾਜ, ਫਾਰਸੀ ਲਿਖਾ ਦਿਓ। ਬਾਦਸ਼ਾਹ ਇਹੀ ਪੜ੍ਹ ਸੁਣ ਕੇ ਖੁਸ਼ ਹੋਏਗਾ। ਗੁਰੂ ਨਾਨਕ ਦੇਵ ਮਹਾਰਾਜ ਦਾ ਇੱਕ ਪਵਿੱਤਰ ਸ਼ਬਦ ਮੁਨਸ਼ੀ ਦੇ ਕੋਲੋਂ ਮਹਾਰਾਜ ਨੇ ਫਾਰਸੀ 'ਚ ਉਹਦਾ ਲੱਥਾ ਕਰਾ ਕੇ ਇਹਨਾਂ ਨੂੰ ਦਿੱਤਾ, ਸਨਮਾਨ ਕਰਕੇ ਭੇਜਿਆ। ਔਰੰਗਜ਼ੇਬ ਕੋ ਗਏ, ਸਾਰੀ ਗੱਲ ਦੱਸੀ, ਸ਼ਬਦ ਪੜ੍ਹ ਕੇ ਖੁਸ਼ ਹੋਇਆ। ਨਾਮ ਦਾ ਮਹਾਤਮ ਕਿਆ ਸੀ, ਵਿਸ਼ੇ ਵਕਾਰ ਨਾਸਵੰਤ ਜਣਾਏ ਸਨ। ਅਤੇ ਮਨ ਵਿੱਚ ਇਹ ਗੱਲ ਠਾਣ ਲਈ ਵੀ ਸਤਿਗੁਰੂ ਸਾਹਿਬ ਜੀ ਜੇ ਆਪ ਨਹੀਂ ਚਾਹੁੰਦੇ ਤਾਂ ਮੈਨੂੰ ਫਿਰ ਮਿਲਣ ਲਈ ਹੱਠ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਦਾ ਪ੍ਰਸੰਗ ਕੱਲ੍ਹ ਹੋਇਆ। ਇਹ ਤੋਂ ਅੱਗੇ ਜਿਵੇਂ ਹੋਰ ਸਾਖੀਆਂ ਆ ਰਹੀਆਂ ਨੇ, ਸਤਿਗੁਰਾਂ ਦੀ ਮਹਿਮਾ ਦੀ ਵਡਿਆਈ ਦੇ ਬਚਨ ਆ ਰਹੇ ਨੇ, ਸਰਵਣ ਕਰਨ ਹਿਤ ਰਸਨਾ ਪਵਿੱਤਰ ਕਰੀਏ। ਸਾਰੀ ਸੰਗਤ ਹੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕ ਦਿਵਸ ਤੁਰ ਕੇਸ਼ ਕਹੇ, ਜੈਪੁਰ ਨਾਥ ਕੇ ਸਾਥ। ਸੋ ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਦਿੱਲੀ ਦੇ ਵਿੱਚ ਆਇਆਂ ਨੂੰ ਕਈ ਦਿਨ ਬਤੀਤ ਹੋਏ। ਕਹਿੰਦੇ ਇੱਕ ਦਿਨ ਦੀ ਗੱਲ ਹੈ, ਔਰੰਗਜ਼ੇਬ ਦੀ ਸਭਾ ਲੱਗੀ ਹੋਈ ਸੀ ਅਤੇ ਰਾਜਾ ਜੈ ਸਿੰਘ ਔਰੰਗਜ਼ੇਬ ਦੇ ਕੋਲ ਬੈਠਾ, ਤੇ ਜੈ ਸਿੰਘ ਦੇ ਤਾਈ ਕਹਿਣ ਲੱਗਾ ਪਾਤਸ਼ਾਹ ਬਾਲ ਬੈਸ ਸ਼੍ਰੀ ਹਰਿਕ੍ਰਿਸ਼ਨ। ਕਹਿੰਦੇ ਵੇਖੋ ਜੈ ਸਿੰਘ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਜਿਵੇਂ ਸਾਰੇ ਹੀ ਦੱਸਦੇ ਆ ਵੀ ਬਾਲਕ ਅਵਸਥਾ ਹੈ, ਸਰੀਰ ਕਰਕੇ ਮਹਾਰਾਜ ਬਹੁਤੇ ਵੱਡੇ ਨਹੀਂ ਹਨ। ਨਿਮਹਿ ਹਿੰਦੂ ਪਦ ਮਾਥ, ਪਰ ਸਮੂਹ ਸਿੱਖ ਤੇ ਹਿੰਦੂ ਉਹਨਾਂ ਨੂੰ ਜਾ ਕੇ ਨਿਵਦੇ ਨੇ, ਉਹਨਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਹਨ। ਚੌਪਈ ਅਪਰ ਲੋਕ ਜੁਤ ਤੁਮ ਭੀ ਕਹਿਓ। ਤੇ ਫਿਰ ਹੋਰ ਲੋਕਾਂ ਦੇ ਸਮੇਤ ਜਿਵੇਂ ਹੋਰ ਲੋਕ ਕਹਿੰਦੇ ਨੇ, ਇਸੇ ਤਰ੍ਹਾਂ ਹੈ ਰਾਜਨ ਤੂੰ ਵੀ ਕਿਹਾ ਸੀ ਕਰਾਮਾਤ ਸਾਹਿਬ ਬੜ ਲਹਿਓ, ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸ਼ਕਤੀਆਂ ਦੇ ਬਹੁਤ ਹੀ ਵੱਡੇ ਮਾਲਕ ਨੇ, ਕਰਾਮਾਤਾਂ ਦੇ ਮਾਲਕ ਹਨ। ਸੋ ਜਸ ਸੁਨਾਵਤ ਹੈ ਸਭ ਕੋਈ। ਤੇ ਇਉਂ ਔਰੰਗਜ਼ੇਬ ਕਹਿੰਦਾ ਵੀ ਹਰ ਕੋਈ ਜਿਨ੍ਹਾਂ ਦੇ ਨਾਲ ਵੀ ਮੇਰਾ ਮੇਲ ਹੁੰਦਾ, ਹਰ ਕੋਈ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸੁਜਸ ਕਰਦਾ
ਸ੍ਰੇਸ਼ਟ ਮਹਿਮਾ ਵਡਿਆਈ ਕਰਕੇ ਇਹੀ ਕਹਿੰਦਾ ਹੈ ਵੀ ਉਹਨਾਂ 'ਚ ਸ਼ਕਤੀਆਂ ਬੜੀਆਂ ਨੇ, ਕਰਾਮਾਤਾਂ ਬਹੁਤ ਨੇ 8ਵੇਂ ਪਾਤਸ਼ਾਹ 'ਚ। ਇਕ ਤੇ ਸੁਨ ਦੂਸਰ ਸੁਧ ਹੋਈ। ਇਸ ਤਰ੍ਹਾਂ ਇੱਕ ਕਹਿੰਦਾ ਹੈ, ਇੱਕ ਕੋਲੋਂ ਸੁਣ ਕੇ ਦੂਸਰੇ ਨੂੰ ਖਬਰ ਹੁੰਦੀ ਹੈ, ਦੂਜਾ ਅੱਗੇ ਤੋਂ ਅੱਗੇ ਕਹਿੰਦਾ ਹੈ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਸ਼ਕਤੀਆਂ ਦੇ ਮਾਲਕ ਹਨ। ਕਹਾ ਕਹੀ ਹੈ ਸਭ ਹਿਨ ਬੀਚ। ਔਰੰਗਜ਼ੇਬ ਕਹਿਣ ਲੱਗਾ ਵੀ ਇਹ ਸਾਰਿਆਂ ਦੇ ਵਿੱਚ ਕਹਾ ਕਹੀ, ਇੱਕ ਦੂਜੇ ਤੋਂ ਕਹਿ ਕੇ ਫਿਰ ਅੱਗੇ ਸੁਣ ਕੇ ਇਸ ਤਰ੍ਹਾਂ ਤਾਂ ਸਾਰੇ ਹੀ ਕਹਿੰਦੇ ਨੇ ਵੀ ਮਹਾਰਾਜ ਕਰਾਮਾਤਾਂ ਦੇ ਮਾਲਕ ਨੇ। ਦੇਖਾ ਦੇਖੀ ਊਚ ਰੋ ਨੀਚ। ਭਾਵੇਂ ਕੋਈ ਉੱਚਾ ਹੈ, ਭਾਵੇਂ ਕੋਈ ਨੀਵਾਂ, ਅਮੀਰ ਗਰੀਬ, ਵੇਖਾ ਵੇਖੀ ਤਾਂ ਸਾਰੇ ਹੀ 8ਵੇਂ ਸਤਿਗੁਰਾਂ ਦੀ ਮਹਿਮਾ ਕਰ ਰਹੇ ਹਨ। ਕੰਬੇ ਕਬ ਪਰਖਿਓ ਕਹਿ ਨਾਹੀ। ਪਰ ਔਰੰਗਜ਼ੇਬ ਕਹਿੰਦਾ ਹੈ ਜੈ ਸਿੰਘ, ਕਦੀ ਤੂੰ ਪਰਖ ਕੇ ਵੀ ਵੇਖਿਆ ਵੀ ਵਾਕਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵਿੱਚ ਕੋਈ ਸ਼ਕਤੀ ਹੈ? ਪਤਾ ਲੀਨ ਕੋ ਇੱਕ ਬਿਦ ਕਾਹੇ। ਕੋਈ ਇੱਕ ਅੱਧੀ ਵੀ ਵਿਧੀ, ਕੋਈ ਜੁਗਤੀ ਕਾਹੇ ਕੀਤੀ ਹੈ ਕਦੀ ਵੀ ਤੇਰੇ ਮਨ ਚ ਆਇਆ ਨਹੀਂ ਵੀ ਜੇ ਇਹਨਾਂ ਲੋਕ ਕਹਿੰਦੇ ਆ ਵੀ 8ਵੇਂ ਪਾਤਸ਼ਾਹ ਸ਼ਕਤੀਆਂ ਨੇ ਤੇ ਇਹਨਾਂ ਦੀ ਸ਼ਕਤੀ ਜਿਹੜੀ ਪਰਖ ਲੈਣੀ ਚਾਹੀਦੀ, ਕਦੀ ਕੋਈ ਇੱਕ ਵੀ ਤੂੰ ਢੰਗ ਵਰਤਿਆ ਜਾਂ ਨਹੀਂ ਵਰਤਿਆ? ਜੇ ਪੂਰਬ ਪਰਖਿਓ ਨਹਿ ਕਬੈ। ਤੇ ਨਾਲ ਹੀ ਕਹਿਣ ਲੱਗਾ ਵੀ ਜੇ ਤੂੰ ਪਹਿਲਾਂ ਨਹੀਂ ਨਾ ਕਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਕਰਾਮਾਤ ਦੀ ਪਰਖ ਕੀਤੀ, ਉਚਿਤ ਪਤਾ ਲੈ ਬੇ ਕਹੋ ਅਬੈ। ਤੇ ਕਹਿੰਦਾ ਜੋਗ ਗੱਲ ਇਹੀ ਹੈ ਵੀ ਇਹ ਗੱਲ ਪਤਾ ਜਾਣਨ ਵਾਸਤੇ ਵੀ ਵਾਕਿਆ ਜਿਵੇਂ ਸਾਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕਰਾਮਾਤਾਂ ਦੇ ਮਾਲਕ ਕਹਿੰਦੇ ਨੇ ਵੀ ਉਹਨਾਂ 'ਚ ਸ਼ਕਤੀਆਂ ਕੀ ਕੀ ਹਨ, ਉਹਦਾ ਪਤਾ ਲੈਣਾ ਚਾਹੀਦਾ, ਹੁਣ ਪਰਖ ਕਰ ਲੈਣੀ ਚਾਹੀਦੀ ਹੈ। ਜਿਮ ਅਜਮਤ ਕਾਮਲ ਪਹਿਚਾਨੋ। ਹਾਂ, ਜਿਸ ਤਰ੍ਹਾਂ ਕਹਿੰਦੇ ਵੀ ਪਤਾ ਲੱਗ ਸਕੇ ਕਿ ਮਹਾਰਾਜ ਸ਼ਕਤੀਆਂ ਦੇ ਵਿੱਚ ਕਾਮਲ ਪੂਰੇ ਪੁੱਜੇ ਹੋਏ ਹਨ। ਸਹਿਤ ਨਿਮਰਤਾ ਤੈਸੇ ਠਾਨੋ। ਔਰੰਗਜ਼ੇਬ ਜੈ ਸਿੰਘ ਨੂੰ ਕਹਿੰਦਾ ਨਿਮਰਤਾ ਰੱਖ ਕੇ, ਗੁਰਾਂ ਦਾ ਭੈ ਡਰ ਰੱਖ ਕੇ ਉਸ ਤਰ੍ਹਾਂ ਜੁਗਤੀ ਕਰੋ, ਭਾਵ ਪਰਖ ਵੀ ਕਰ ਲਵੋ ਤੇ ਰਹਿਣਾ ਵੀ ਨਿਵਕੇ ਹੈ ਸਤਿਗੁਰਾਂ ਅੱਗੇ। ਸੁਣ ਜੈ ਸਿੰਘ ਬੋਲਿਓ ਕਰ ਜੋੜ। ਹੱਥ ਜੋੜ ਕੇ ਔਰੰਗਜ਼ੇਬ ਦੀ ਗੱਲ ਸੁਣ ਕੇ ਤੇ ਜੈ ਸਿੰਘ ਕਹਿਣ ਲੱਗਾ ਵੀ ਹੇ ਪਾਤਸ਼ਾਹ, ਕੁਛ ਦੁਰਬਾਕ ਨਾ ਕਹੇ ਮੁਝ ਔਰ। ਵੀ ਜਿਵੇਂ ਤੁਸੀਂ ਕਹਿੰਦੇ ਹੋ ਪਰਖ ਕਰਨ ਬਾਰੇ, ਚਲੋ ਉਹ ਤਾਂ ਵੇਖ ਲੈਨੇ ਆ, ਪਰ ਇਦਾਂ ਨਾ ਹੋਵੇ ਵੀ ਮੈਂ ਪਰਖ ਕਰਾਂ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਮੇਰੇ ਤਾਈਂ ਕੋਈ ਦੁਰਵਾਕ, ਕੋਈ ਸ਼ਰਾਬ ਦਾ ਵਚਨ ਕਹਿ ਦੇਣ, ਮੇਰੇ ਤੇ ਕਿਤੇ ਨਾਰਾਜ਼ ਹੀ ਨਾ ਹੋ ਜਾਣ ਪਰਖ ਕਰਦੇ ਆ। ਅਸ ਪੁਰਖਨ ਕੋ ਪਰਖਨ ਕਰਨੋ। ਕਿਉਂਕਿ ਜਿਹੜਾ ਮੈਂ ਸੁਣਿਆ ਹੈ ਸਿਆਣਿਆਂ ਕੋ ਵੀ ਸਤਿਪੁਰਖ ਜਿਹੜੇ ਰੱਬ ਦੇ ਰੂਪ ਹੁੰਦੇ, ਉਹਨਾਂ ਦੀ ਜੇ ਕੋਈ ਪਰਖ ਕਰਨੀ ਚਾਹੁੰਦਾ ਹੈ, ਜਗ ਸਰਪਨ ਸੋ ਫੇਲਤ ਬਰਨੋ। ਰੱਬ ਦੇ ਪਿਆਰਿਆਂ ਦੀ, ਸੰਤਾਂ ਦੀ ਪਰਖ ਕਰਨੀ ਇੰਨੀ ਹੀ ਖਤਰਨਾਕ ਹੁੰਦੀ ਹੈ ਜਿਵੇਂ ਕੋਈ ਸੱਪਾਂ ਦੇ ਬੱਚਿਆਂ ਦੇ ਨਾਲ ਖੇਡੇ। ਇਹ ਸਮਝ ਕੇ ਵੀ ਇਹ ਕਿਹੜਾ ਸੱਪ ਹੈ, ਵੀ ਸੱਪਾਂ ਦੇ ਬੱਚੇ ਹੀ ਹੈ, ਪਰ ਉਹ ਵੀ ਘੱਟ ਨਹੀਂ ਹੁੰਦੇ, ਡੰਗ ਉਹ ਵੀ ਪੂਰਾ ਮਾਰ ਦਿੰਦੇ ਨੇ। ਇਸੇ ਤਰ੍ਹਾਂ ਇਹ ਰੱਬ ਦੇ ਪਿਆਰਿਆਂ ਦੀ ਕੋਈ ਕਰਾਮਾਤ ਸ਼ਕਤੀ ਵੇਖਣੀ, ਕੋਈ ਪਰਖ ਕਰਨੀ। ਜੈ ਸਿੰਘ ਕਹਿੰਦਾ ਹੈ ਬਾਦਸ਼ਾਹ, ਸਿਆਣੇ ਪੁਰਖ ਸਤਿਪੁਰਖ ਦੱਸਦੇ ਨੇ ਵੀ ਇਹ ਸੱਪਾਂ ਦੇ ਬੱਚਿਆਂ ਦੇ ਨਾਲ ਖੇਡਾਂ ਕਰਨ ਦੀ ਨਿਆਈ ਖਤਰਨਾਕ ਹੈ। ਜਿਨ ਕੇ ਦਸੇ ਨ ਬਨੈ ਉਪਾਏ। ਵੇਖੋ ਜੇ ਸੱਪ ਡੰਗ ਮਾਰ ਜੇ ਤਾਂ ਯਤਨ ਬਣ ਜਾਂਦਾ, ਕਈ ਹੀਲੇ ਵਸੀਲੇ ਬਣ ਜਾਂਦੇ ਨੇ ਬਹੁਤੀ ਜਰਾਂ, ਪਰ ਜਿਹੜੇ ਰੱਬ ਦੇ ਪਿਆਰੇ ਮਹਾਂਪੁਰਖ ਹੈ ਉਹ ਜੇ ਨਾਰਾਜ਼ ਹੋਣ, ਉਹਨਾਂ ਦਾ ਜੇ ਸ਼ਰਾਪ ਰੂਪੀ ਡੰਗ ਵੱਜ ਜੇ ਤਾਂ ਫੇਰ ਕੋਈ ਹੀਲਾ ਵਸੀਲਾ ਵੀ ਨਹੀਂ ਬਣਦਾ। ਮਤ ਵਿਸਾਲ ਕੋ ਉਬਰ ਨ ਪਾਏ। ਤੇ ਉਹਨਾਂ ਦੇ ਐਸੇ ਸ਼ਰਾਪ ਕਰਕੇ, ਉਹਨਾਂ ਦੇ ਬਚਨ ਕਰਕੇ ਜਿੰਨਾ ਮਰਜ਼ੀ ਕੋਈ ਵਿਸ਼ਾਲ ਬੁੱਧੀਮਾਨ ਹੋਵੇ ਉਹ ਨਹੀਂ ਬਚ ਸਕਦਾ। ਭਾਵ ਕਿ ਜੇ ਮਹਾਰਾਜ ਨੇ ਸ਼ਰਾਪ ਦੇ ਦਿੱਤਾ ਫਿਰ ਬਚਣਾ ਔਖਾ ਹੈ। ਕਉ ਆਪਗੇ ਕਹਦੇ ਕਰ। ਪਰ ਫੇਰ ਵੀ ਜੇ ਤੁਸੀਂ ਬਾਦਸ਼ਾਹ ਜੀ ਮੈਨੂੰ ਹੁਕਮ ਕੀਤਾ, ਤੁਹਾਡੇ ਕਹੇ ਮੁਤਾਬਕ ਮੈਂ ਕਰਾਂਗਾ ਕੁਝ। ਸ਼ਰਧਾ ਦਾਸਨ ਸਦਰਸ਼ ਧਰਕ। ਸਦਰਸ਼, ਦਾਸਾਂ ਦੇ ਸਦਰਸ਼ ਬਰਾਬਰ ਨਿਮਰਤਾ ਵਿੱਚ ਆ ਕੇ ਮਹਾਰਾਜ ਪ੍ਰਤੀ ਸ਼ਰਧਾ ਭਾਵਨਾ ਧਾਰਨ ਕਰਕੇ ਹਿਰਦੇ 'ਚ ਰਚੋਂ ਵਿਧੀ ਕੋ ਪੂਜਨ ਕਰਹੁ। ਹਾਂ, ਫਿਰ ਐਸੀ ਵਿਧੀ ਐਸਾ ਢੰਗ ਵਰਤੂੰਗਾ ਵੀ ਪਰਖ ਵੀ ਹੋ ਜਾਵੇ ਤੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪੂਜਾ ਵੀ ਹੋ ਜਾਵੇ, ਉਹਨਾਂ ਦੀ ਪੂਜਾ ਵੀ ਕਰਾਂਗੇ, ਅਦਬ ਵੀ ਕਰਾਂਗੇ। ਹੁਣ ਮੈਂ ਤੁਮਰੇ ਨਿਕਟ ਉਚਰ। ਤੇ ਫਿਰ ਜਿਵੇਂ ਮੈਨੂੰ ਪਤਾ ਲੱਗੇਗਾ ਸਤਿਗੁਰਾਂ ਦੀ ਸ਼ਕਤੀ ਬਾਰੇ, ਇਹ ਬਾਦਸ਼ਾਹ ਜੀ ਤੁਹਾਡੇ ਕੋਲ ਮੈਂ ਆ ਕੇ ਉਹ ਸਾਰੀ ਗੱਲ ਸੱਚੋ ਸੱਚ ਦੱਸਾਂਗਾ।
ਕਹਿਤ ਸ਼ਾਹੋ ਮਿਲ ਬੇਫਲ ਜੋਈ। ਔਰੰਗਜ਼ੇਬ ਕਹਿਣ ਲੱਗਾ, ਜੈ ਸਿੰਘ ਜੇ ਤੂੰ ਏਦਾਂ ਕਰ ਲਵੇਂ ਨਾ, ਪਰਖ ਕਰੇ ਤੇ ਜਿੰਨਾ ਮਿਲ ਕੇ ਮੈਨੂੰ ਖੁਸ਼ੀ ਮਿਲਣੀ ਸੀ ਸਤਿਗੁਰਾਂ ਨਾਲ, ਪਰਖਨ ਤੇ ਮੈਂ ਪੈਹੋਂ ਸੋਈ। ਓਨੀ ਖੁਸ਼ੀ ਓਨਾ ਫਲ ਮੈਂ ਇਹ ਕਰਾਮਾਤ ਵੇਖ ਕਰਕੇ ਹੀ ਪ੍ਰਾਪਤ ਕਰ ਲਵਾਂਗਾ। ਕਿਉਂਕਿ ਔਰੰਗਜ਼ੇਬ ਸ਼ਕਤੀਆਂ ਵੇਖਣ ਦਾ ਬੜਾ ਚਾਹਵਾਨ ਰਹਿੰਦਾ ਸੀ, ਤੇ ਇਹ ਬਾਕੀਆਂ ਕੋ ਤਾਂ ਧੱਕੇ ਨੇ ਵੇਖ ਲੈਂਦਾ, ਇੱਧਰ ਸਤਿਗੁਰਾਂ ਕੋ ਕਹਿੰਦਾ ਵੀ ਨਿਮਰਤਾ ਨਾਲ ਜੁਗਤੀ ਨਾਲ ਸਤਿਗੁਰੂ ਦੀ ਸੇਵਾ ਕਰਦੇ ਆ, ਪਰਖ ਕਰ ਲਾ, ਮੈਨੂੰ ਇੰਨੇ ਜੀ ਖੁਸ਼ੀ ਮਿਲ ਜਾਵੇਗੀ। ਹਿਮ ਕਹਿ ਸੁਣ ਕਹਿ ਜੈਪੁਰ ਨਾਥ। ਇਸ ਤਰ੍ਹਾਂ ਕਹਿ ਸੁਣ ਕਰਕੇ ਸਾਧ ਸੰਗਤ ਜੀ ਮਿਰਜ਼ਾ ਰਾਜਾ ਜੈ ਸਿੰਘ ਜੋ ਅੰਬਰ ਸ਼ਹਿਰ ਦਾ ਮਾਲਕ ਹੈ, ਆਇਓ ਸਦਨ ਸਦੇਹਨ ਸਾਥ। ਆਪਣੇ ਘਰ ਨੂੰ ਆ ਗਿਆ, ਤੇ ਪਰ ਫੇਰ ਵੀ ਰਾਹ ਵਿੱਚ ਆਉਂਦਿਆਂ ਹੋਇਆਂ ਕਈ ਸੰਦੇਹ ਸ਼ੰਕਿਆਂ ਦੇ ਸਹਿਤ ਸੋਚਾਂ ਸੋਚਦਾ ਹੁੰਦਾ। ਮੋਰ ਗਰੇ ਨਹਿ ਪਰਹਿ ਕੁਫੇਰੀ। ਇਹ ਨਾ ਹੋਵੇ ਵੀ ਮੈਂ ਪਰਖ ਕਰਾਂ ਦੇ ਕਰਦਿਆਂ ਕਰਦਿਆਂ ਇੱਕ ਫੇਰ ਪੁੱਠਾ ਹੀ ਫੇਰ ਕਿਤੇ ਮੇਰੇ ਗਲ 'ਚ ਹੀ ਨਾ ਪੈ ਜਾਵੇ, ਗੁਰੂ ਸਾਹਿਬ ਕਿਤੇ ਮੇਰੇ ਤੇ ਨਾਰਾਜ਼ ਹੀ ਨਾ ਹੋ ਜਾਣ। ਸੁਖ ਚਾਹਤ ਦੁਖ ਆਏ ਨ ਘੇਰੀ। ਸੁਖ ਚਾਹੁੰਦਿਆਂ ਕਿਤੇ ਦੋਖੀ ਨਾ ਮੈਨੂੰ ਘਨੇਰੇ ਆ ਕੇ ਚੰਬੜ ਜਾਣ। ਦੋਹਰਾ ਭਈ ਜਾਮਨੀ ਜਾਣ ਕੈ। ਇਸ ਤਰ੍ਹਾਂ ਆਪਣੇ ਘਰੇ ਆਇਆ, ਜਦੋਂ ਰਾਤ ਦਾ ਸਮਾਂ ਹੋਇਆ ਤਾਂ ਰਾਤ ਦਾ ਸਮਾਂ ਜਾਣ ਕੇ ਮਿਲੀ ਕਾਮਨੀ ਆਈ। ਅਜੇ ਦੀ ਕਾਮਣੀ ਇਸਤਰੀ ਸੀ, ਉਹ ਆ ਕਰਕੇ ਰਾਜੇ ਨਾਲ ਮਿਲੀ ਹੈ। ਸੁੰਦਰ ਮੰਦਰ ਮਹਿਦ ਕੇ। ਬੜੇ ਸੋਹਣੇ ਵੱਡੇ ਵੱਡੇ ਮੰਦਰ ਬਣੇ ਹੋਏ ਹਨ, ਅੰਦਰ ਸੇਜ ਡਸਾਏ। ਉਹਨਾਂ ਦੇ ਅੰਦਰ ਰਾਤ ਵਿਸ਼ਰਾਮ ਕਰ ਲਈ, ਸੇਜਾਂ ਡੱਠੀਆਂ ਹੋਈਆਂ ਨੇ, ਰਾਜਾ ਉੱਥੇ ਬੈਠਾ, ਤੇ ਇਹਦੀ ਵੱਡੀ ਜਿਹੜੀ ਪਟਰਾਣੀ ਆ ਸਭ ਰਾਣੀਆਂ ਤੋਂ ਉਹ ਵੀ ਆ ਗਈ ਰਾਜੇ ਪਾਸ। ਚੌਪਈ ਨਿਜ ਰਮਨੀ ਸੰਗ ਸਕਲ ਜਨਾਈ। ਤੇ ਜਿਹੜੀ ਉਹ ਚਿੰਤਾ ਫਿਕਰ ਜੀ ਚ ਰਾਜਾ ਪਿਆ ਸੀ, ਜੈ ਸਿੰਘ ਆਪਣੀ ਪਟਰਾਣੀ ਆਪਣੀ ਘਰਵਾਲੀ ਦੇ ਨਾਲ ਉਹ ਸਾਰੀ ਗੱਲ ਜਣਾਈ ਪ੍ਰਗਟ ਕਰਕੇ ਦੱਸਿਆ। ਕਥਾ ਗੁਰਨ ਕੀ ਜਥਾ ਸੁਨਾਈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਜਿਵੇਂ ਕਥਾ ਸਾਰੀ ਦੱਸੀ ਵੀ ਐਵੇਂ ਬਾਦਸ਼ਾਹ ਦੇ ਕਹਿਣ ਤੇ ਸਤਿਗੁਰਾਂ ਨੂੰ ਅਸੀਂ ਲਿਆਂਦਾ ਪ੍ਰੇਮ ਨਾਲ, ਇੱਥੇ ਮੇਰੇ ਪ੍ਰੇਮ ਕਰਕੇ ਪਾਤਸ਼ਾਹ ਆਏ ਨੇ, ਬਾਦਸ਼ਾਹ ਨਾਲ ਮਿਲਣਾ ਨਹੀਂ ਚਾਹੁੰਦੇ, ਮੇਲ ਨਹੀਂ ਕੀਤਾ। ਹੁਣ ਔਰੰਗਜ਼ੇਬ ਕਹਿੰਦਾ ਵੀ ਉਹਨਾਂ ਦੀ ਕੋਈ ਪਰਖ ਕਰ ਲਈਏ। ਇਵੇਂ ਸਾਰੀ ਗੱਲਬਾਤ ਜਿਹੜੀ ਗੁਰੂ ਸਾਹਿਬ ਜਿਵੇਂ ਦੁੱਖ ਦੂਰ ਕਰ ਰਹੇ ਆ, ਦਿੱਲੀ ਦਾ ਭਲਾ ਹੋ ਰਿਹਾ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਾਰੀ ਕਥਾ ਰਾਜੇ ਜੈ ਸਿੰਘ ਨੇ ਆਪਣੀ ਪਟਰਾਣੀ ਨੂੰ ਦੱਸਣਾ ਕੀਤੀ ਹੈ। ਇਨਕੇ ਪਰਖਨ ਕੀ ਵਿਦ ਕਰਨੀ। ਤੇ ਕਹਿੰਦਾ ਵੀ ਹੁਣ ਉਹ ਕਰਨਾ ਹੈ ਵੀ ਜਿਵੇਂ ਬਾਦਸ਼ਾਹ ਨੇ ਕਿਹਾ ਸਤਿਗੁਰਾਂ ਦੇ ਅੰਦਰ ਸ਼ਕਤੀ ਹੈ ਜਾਂ ਨਹੀਂ, ਇਹ ਪਰਖ ਕਰਨ ਦੀ ਆਪਾਂ ਵਿਧੀ ਕੋਈ ਰਚਣੀ, ਕੋਈ ਢੰਗ ਤਰੀਕਾ ਵਰਤਣਾ ਏ। ਬਾਲ ਆਰ ਬਲ ਤਨ ਦੁਤ ਧਰਨੀ। ਸਰੀਰ ਭਾਵੇਂ ਉਹਨਾਂ ਦਾ ਬਾਲਕਾਂ ਵਾਲਾ ਹੈ, ਪਰ ਸਰੀਰ ਦੀ ਸੁੰਦਰਤਾ ਤੇਜ ਪ੍ਰਤਾਪ ਬੜਾ ਵੱਡਾ ਮਹਾਨ ਹੈ। ਗੁਰ ਅੰਤੇ ਪੁਰ ਆਨੇ ਕਾਲੀ। ਤੇ ਆਪਾਂ ਇਦਾਂ ਕਰਦੇ ਆ ਵੀ ਨਾਲੇ ਸੇਵਾ ਹੋ ਜੂ ਨਾਲੇ ਪਰਖ ਹੋ ਜੂ। ਵੀ ਕੱਲ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਆਪਣੇ ਅੰਤੇਪੁਰ ਵਿੱਚ, ਅੰਤੇਪੁਰ ਭਾਵ ਆਪਣੇ ਮਹਿਲਾਂ ਦੇ ਵਿੱਚ ਲੈ ਕੇ ਆਉਨੇ ਹਾਂ। ਜਹ ਪਦ ਦਿਖ ਲਿਓ ਸੁਖਾਲੀ। ਤੇ ਜੈ ਸਿੰਘ ਪਟਰਾਣੀ ਨੂੰ ਕਹਿੰਦਾ ਨਾਲੇ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦੀ ਆਪਾਂ ਪੂਜਾ ਕਰਾਂਗੇ, ਤੇ ਨਾਲੇ ਤੁਸੀਂ ਸਭ ਰਾਣੀਆਂ ਸੁਖ ਲੈਣ ਹਿਤ ਮਹਾਰਾਜ ਦੇ ਦਰਸ਼ਨ ਕਰ ਲਿਓ। ਮਿਲੇ ਸਮੂਹ ਸਕਲ ਰਣਵਾਸ। ਸਮੂਹ ਰਣਵਾਸ ਜਿੰਨੀਆਂ ਵੀ ਰਾਣੀਆਂ ਨੇ ਸਾਰੀਆਂ ਮਿਲ ਕਰਕੇ ਆਇਓ ਤੁਸੀਂ। ਸਭੇ ਪੂਰੇ ਸਤਿਗੁਰ ਆਸ। ਕਿਉਂਕਿ ਸਾਰਿਆਂ ਦੀ ਸਤਿਗੁਰੂ ਫਿਰ ਆਸਾ ਪੂਰੀ ਕਰਨਗੇ, ਜੋ ਭਾਵਨਾ ਹੋਵੇ ਉਹ ਗੁਰਾਂ ਤੇ ਰੱਖ ਕੇ ਸੇਵਾ ਕਰ ਲੈਣੀ। ਜ਼ੇਵਰ ਜਬਰ ਜਵਾਹਰ ਜਰੇ। ਤੇ ਨਾਲ ਹੀ ਕਹਿੰਦਾ ਵੀ ਆਪਾਂ ਪਰਖ ਇਦਾਂ ਕਰਨੀ ਹੈ ਵੀ ਚੰਗੇ ਚੰਗੇ ਜੇਵਰ ਜਿਨ੍ਹਾਂ ਦੇ ਵਿੱਚ ਜਵਾਹਰ ਅਤੇ ਫਿਰ ਹੋਰ ਕਈ ਤਰ੍ਹਾਂ ਦੀਆਂ ਜੜਤਾਂ ਜੜੀਆਂ ਹੋਣ, ਜਗਮਗ ਜ਼ੇਬ ਜ਼ਿਨਹੁ ਕੀ ਕਰੇ। ਜਿਨ੍ਹਾਂ ਦੀ ਜੇਬ ਜਿਹੜੀ ਸ਼ੋਭਾ ਛਵੀ ਹੈ ਜਗਮਗ ਜਗਮਗ ਕਰੇ, ਸੋਹਣੇ ਸੋਨੇ ਦੇ ਗਹਿਣੇ ਵਿੱਚ ਹੀਰੇ ਪੰਨੇ ਲਾਲ ਆਦਿਕ ਨਗ ਜੜੇ ਹੋਣ, ਜਗਮਗ ਜਗਮਗ ਕਰਦੇ ਹੋਣ, ਜਿਨ੍ਹਾਂ ਦੀ ਬਹੁਤੀ ਸ਼ੋਭਾ ਹੋਵੇ। ਮੁਕਤਾ ਲਰੀ ਲਰਕਤੀ ਲਾਰ। ਫਿਰ ਮੋਤੀਆਂ ਦੀਆਂ ਲੜੀਆਂ ਜਿਹੜੀਆਂ ਲਰਕ ਰਹੀਆਂ ਹੋਣ, ਬਹੁਤ ਸੋਹਣੀ ਕਤਾਰ ਬੰਨੀ ਹੋਵੇ। ਅਲੰਕਾਰ ਸਭ ਪਹਿ ਰਹਿ ਨਾਰ। ਕੱਲ ਨੂੰ ਜਿੰਨੀਆਂ ਵੀ ਨਾਰ ਜਿੰਨੀਆਂ ਵੀ ਰਾਣੀਆਂ ਨੇ ਉਹ ਸਾਰੀਆਂ ਨੂੰ ਕਹਿ ਦੋ ਵੀ ਚੰਗੇ ਚੰਗੇ ਅਲੰਕਾਰ ਗਹਿਣੇ ਪਾ ਕਰਕੇ ਚੰਗੀ ਸਜਾਵਟ ਕਰਨ। ਵਰਨ ਵਰਨ ਕੇ ਬਰ ਬੜ ਅੰਬਰ। ਤੇ ਰੰਗ ਬਰੰਗੇ ਬਹੁਤ ਵੱਡੇ ਕਹਿੰਦੇ ਵੀ ਅੰਬਰ ਕੱਪੜੇ ਰੰਗ ਬਰੰਗੇ, ਕੋਈ ਕਿਸੇ ਰੰਗ ਦਾ ਕੋਈ ਕਿਸੇ ਰੰਗ ਦਾ,
ਐਵੇਂ ਰੰਗ ਬਰੰਗੇ ਜਿਹੜੇ ਹਨ ਸੋਹਣੇ ਵਸਤਰ ਪਹਿਨਣਾ ਕਰੋ। ਅਨੇਕ ਰੰਗ ਬਾਰਦ ਜਿਮ ਅੰਬਰ, ਜਿਨ੍ਹਾਂ ਕੱਪੜਿਆਂ ਵਸਤਰਾਂ 'ਚ ਅਨੇਕਾਂ ਹੀ ਰੰਗ ਰੰਗੇ ਹੋਣ, ਜਿਵੇਂ ਬੱਦਲ ਆਕਾਸ਼ ਦੇ ਵਿੱਚ ਹੁੰਦੇ ਨੇ ਨਾ, ਉਹਦੇ ਵਿੱਚ ਡੱਬ ਖੜੱਬ ਜਿਹਾ ਹੁੰਦਾ, ਇਸ ਤਰ੍ਹਾਂ ਕਹਿੰਦੇ ਵੀ ਰੰਗ ਵੱਖੋ ਵੱਖਰੇ ਰੰਗੇ ਹੋਣ ਤੇ ਸੋਹਣੇ ਹੋਣ, ਇਹੋ ਜਿਹੇ ਕੱਪੜੇ ਪਹਿਨੋ। ਸਦਿਰਸ਼ ਦਾਮਨੀ ਦਮਕੈ ਬੀਚ, ਜਿਵੇਂ ਬਿਜਲੀ ਲਿਸ਼ਕਦੀ ਹੈ ਨਾ, ਇਸ ਤਰ੍ਹਾਂ ਬਿਜਲੀ ਦੇ ਨਿਆਈ ਸਦਰਸ਼ ਦਾਮਨੀ ਦਮਕੈ ਬੀਚ, ਵੀ ਜੋ ਵਸਤਰ ਪਾਏ ਹੋਏ ਹਨ ਉਹਨਾਂ 'ਚ ਵਸਤਰਾਂ 'ਚ ਬਿਜਲੀ ਵਾਂਗ ਰੰਗ ਚਮਕੇ, ਗਹਿਣੇ ਚਮਕਣ। ਰੰਗ ਮਹਿਲ ਮੈਂ ਗੰਧਨ ਸੀਚ, ਤੇ ਜਿਹੜਾ ਫਿਰ ਰੰਗ ਮਹਿਲ ਹੈ, ਰੰਗ ਮਹਿਲ ਉਹਨੂੰ ਕਹਿੰਦੇ ਜਿੱਥੇ ਬਾਦਸ਼ਾਹ ਲੋਕ ਤੇ ਰਾਣੀਆਂ ਦਾ ਨਿਵਾਸ ਸਥਾਨ ਹੁੰਦਾ ਹੈ, ਜਿਹੜਾ ਇਹਨਾਂ ਦੀ ਰਿਹਾਇਸ਼ ਹੁੰਦੀ ਹੈ। ਸੋ ਰਾਜਾ ਕਹਿੰਦਾ ਜਿਹੜਾ ਰੰਗ ਮਹਿਲ ਹੈ, ਰਾਣੀਆਂ ਦੇ ਰਹਿਣ ਵਾਲੀ ਜਿਹੜੀ ਥਾਂ ਹੈ, ਇਹਦੇ ਵਿੱਚ ਸੁਗੰਧੀਆਂ ਦਾ ਛਿੜਕਾਓ ਕਰ ਦਿਓ। ਸਭ ਬੈਠੇ ਸ਼ਿੰਗਾਰ ਬਣਾਏ, ਤੇ ਸਭ ਰਾਣੀਆਂ ਜਿਹੜੀਆਂ ਹਨ ਚੰਗੇ ਸ਼ਿੰਗਾਰ ਬਣਾ ਕੇ ਫੱਬ ਕੇ ਬੈਠ ਜਾਣ। ਬਸਤਰ ਵਿਭੂਖਨ ਬਪੁਖ ਸੁਹਾਏ, ਸੋਹਣੇ ਵਸਤਰ ਪਹਿਨਣੇ, ਜਿਵੇਂ ਸੋਹਣੇ ਗਹਿਣੇ ਪਹਿਨਣੇ ਤੇ ਜਿਹਦੇ ਨਾਲ ਸਰੀਰ ਫੱਬੇ ਸੱਜੇ। ਸਭ ਰਾਣੀ ਮੈਂ ਮੁਖ ਮਹਾਨੀ, ਤੇ ਬਾਕੀ ਫਿਰ ਨਾਲ ਹੀ ਕਹਿਣ ਲੱਗਾ ਬਾਕੀ ਰਾਣੀਆਂ ਤਾਂ ਇਦਾਂ ਹਾਰ ਸ਼ਿੰਗਾਰ ਲਾ ਕੇ ਸੱਜ ਜਾਣ, ਪਰ ਜੋ ਸਰਬ ਰਾਣੀਆਂ ਦੇ ਵਿੱਚੋਂ ਹੇ ਮੇਰੀ ਪਟਰਾਣੀ ਤੂੰ ਜੋ ਮੁਖ ਹੈ, ਮਨ ਕੀ ਪਿਆਰੀ ਪਟਰਾਨੀ, ਜੋ ਮੇਰੇ ਮਨ ਨੂੰ ਪਿਆਰੀ ਤੇ ਸਭ ਰਾਣੀਆਂ ਦੀ ਪਟਰਾਣੀ ਮੁਖੀ ਹੈ ਤੂੰ। ਇਹੋ ਮੋਟ ਪਟ ਮਲਨ ਪੁਰਾਨਾ, ਤੂੰ ਨਹੀਂ ਕਹਿੰਦੇ ਵੀ ਇਦਾਂ ਗਹਿਣੇ ਦੇ ਨਵੇਂ ਕੱਪੜੇ ਪਾਉਣੇ। ਰਾਜਾ ਜੈ ਸਿੰਘ ਕਹਿੰਦਾ ਵੀ ਬਾਕੀ ਰਾਣੀਆਂ ਚੰਗੇ ਕੱਪੜੇ ਪਾਉਣ, ਇੱਥੋਂ ਤੀਕਰ ਵੀ ਕੁਝ ਗੋਲੀਆਂ ਨੂੰ ਵੀ ਰਾਣੀਆਂ ਵਾਲੇ ਕੱਪੜੇ ਪਵਾ ਦੋ, ਪਰ ਤੂੰ ਜਿਹੜਾ ਹੈ ਨਾ ਲੇਹੋ ਮੋਟ ਪਟ, ਮੋਟਾ ਜਿਹਾ ਕੱਪੜਾ ਲੈ ਕੇ, ਫਿਰ ਮਲਨ ਮੈਲਾ ਜਾਂ ਗੰਦਾ ਜਿਹਾ ਹੋਵੇ ਤੇ ਪੁਰਾਣਾ ਪਾਟਾ ਜਿਹਾ ਹੋਵੇ ਕਈ ਤਰ੍ਹਾਂ ਕਰਕੇ, ਸ਼ਿੰਗਾਰ ਸਜੋ ਬਿਦ ਨਾਨਾ, ਤੇ ਨਾ ਹੀ ਕਈ ਨਾਨਾ ਤਰ੍ਹਾਂ ਦੇ ਸ਼ਿੰਗਾਰ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰਨਾ ਹੈ। ਕੱਪੜੇ ਵੀ ਇਦਾਂ ਮੋਟੇ ਜੇ ਪੁਰਾਣੇ ਜੇ ਮੈਲੇ ਜੇ ਪਾਉਣੇ ਨੇ, ਹਾਰ ਸ਼ਿੰਗਾਰ ਵੀ ਕੋਈ ਨਹੀਂ ਕਰਨਾ। ਜਿਵੇਂ ਗੋਲੀ ਹੁੰਦੀ ਹੈ ਘਰ 'ਚ ਝਾੜੂ ਪੋਚਾ ਲਾਉਣ ਵਾਲੀ, ਇਸ ਤਰ੍ਹਾਂ ਦੀ ਹਾਲਤ ਰੱਖਣੀ ਹੈ ਤੂੰ। ਸਭਕੇ ਪਾਸੇ ਕੌਣ ਮਝਾਰ, ਤੇ ਜਿੱਥੇ ਰਾਣੀਆਂ ਬੈਠੀਆਂ ਹੋਣ, ਜੈ ਸਿੰਘ ਕਹਿੰਦਾ ਮੇਰੇ ਮਨ 'ਚ ਜੁਗਤੀ ਇਹ ਪਰਖਣ ਦੀ ਆਈ ਹੈ ਵੀ ਤੂੰ ਸਾਰੀਆਂ ਰਾਣੀਆਂ ਦੇ ਮਗਰੋਂ ਦੇ ਫਿਰ ਇੱਕ ਕੋਨੇ ਜੇ ਦੇ ਵਿੱਚ ਬੈਠ ਰਹੋ ਤਰ ਦ੍ਰਿਸ਼ਟੀ ਧਾਰ, ਥੱਲੇ ਹੀ ਬਹਿਣਾ, ਫਿਰ ਕਿਸੇ ਤੂੰ ਉੱਤੇ ਉੱਪਰ ਕੋਈ ਸਿੰਘਾਸਣ ਤੇ ਜਾਂ ਕਿਸੇ ਤਰ੍ਹਾਂ ਉੱਚੇ ਥਾਂ ਤੇ ਨਹੀਂ ਬੈਠਣਾ, ਹੇਠਾਂ ਧਰਤੀ ਦੇ ਉੱਤੇ ਬੈਠਣਾ, ਇਹਦੇ ਨੀਵੀਂ ਦ੍ਰਿਸ਼ਟੀ ਕਰਕੇ ਬੈਠੀ ਰਹੋ। ਕਰੋ ਮਨੋਰਥ ਮਨ ਮੈਂ ਐਸੇ, ਤੇ ਬੈਠਿਆਂ ਹੋਇਆ ਰਾਜਾ ਜੈ ਸਿੰਘ ਕਹਿੰਦਾ ਮਨ ਦੇ ਵਿੱਚ ਐਸਾ ਮਨੋਰਥ ਧਾਰਨ ਕਰਨਾ ਹੈ, ਜੇ ਮੋਰ ਗੁਰ ਜੋ ਜਾਣਤ ਤੈਸੇ, ਕਹਿੰਦੇ ਵੀ ਮਨ ਵਿੱਚ ਇਹ ਖਿਆਲ ਹੋਵੇ, ਮਨ ਦੇ ਵਿੱਚ ਇਹ ਭਾਵਨਾ ਹੋਵੇ। ਕਿੱਥੇ ਹੈ? ਜਿਮ ਔਰ ਗੁਰ ਚੋਂ ਜਾਣਤ ਤੈਸੇ, ਜਿਮ ਔਰ ਗੁਰ ਜੋ ਜਾਣਤ ਤੈਸੇ, ਵੀ ਜੇ ਗੁਰੂ ਸਾਹਿਬ ਜੀ ਉਵੇਂ ਹੀ ਜਾਣਦੇ ਨੇ ਜਿਵੇਂ ਕਿਸੇ ਦੇ ਦਿਲ 'ਚ ਹੋਣ, ਭਾਵ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅੰਤਰਜਾਮੀ ਹਨ, ਦਿਲ ਦੀਆਂ ਜਾਣਨਹਾਰ ਹਨ, ਤੁਮ ਅੰਕ ਬੈਠੈ ਆਏ, ਤਾਂ ਇਹ ਤੂੰ ਜੈ ਸਿੰਘ ਰਾਜਾ ਜਿਹੜਾ ਹੈ ਰਾਣੀ ਪਟਰਾਣੀ ਨੂੰ ਸਮਝਾ ਰਿਹਾ ਵੀ ਤੂੰ ਦਿਲ 'ਚ ਇਹ ਖਿਆਲ ਰੱਖਣਾ ਵੀ ਜੇ 8ਵੇਂ ਪਾਤਸ਼ਾਹ ਕੋਈ ਸ਼ਕਤੀਆਂ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਈ ਸ਼ਕਤੀਆਂ ਦੇ ਅੰਦਰ ਦੀਆਂ ਜਾਣਨਹਾਰ ਨੇ, ਤਾਂ ਮਹਾਰਾਜ ਜੀ ਮੇਰੀ ਗੋਦ ਦੇ ਵਿੱਚ ਆ ਕਰਕੇ ਬੈਠ ਜਾਣ, ਕਿਉਂਕਿ ਸਰੀਰ ਅਵਸਥਾ ਬਾਲਕਾਂ ਵਾਲੀ ਏ। ਦੇਵ ਪਾਇਨ ਕੋ ਪਰ ਪਾਏ, ਤੇ ਲੇਹੋ ਉਪਾਇ ਦੇਵੋ ਪਾਇਨ ਕੋ ਪਰ ਪਾਏ, ਤੇ ਭਾਵਨਾ ਰੱਖੀ ਵੀ ਜੇ ਮਹਾਰਾਜ ਮੇਰੇ ਗੋਦ ਵਿੱਚ ਬੈਠਣਗੇ, ਮੈਂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਤੇ ਕਈ ਤਰ੍ਹਾਂ ਦੀਆਂ ਭੇਟਾਵਾਂ ਅਰਪਣ ਕਰਾਂਗੇ। ਭਾਈ ਭੌਰ ਤੇ ਮਕ੍ਰਿਤ ਕੀਜਹਿ, ਇਸ ਤਰ੍ਹਾਂ ਕੱਲ ਅੰਮ੍ਰਿਤ ਵੇਲੇ ਹੋਏ ਤੂੰ ਇਦਾਂ ਦੀ ਤਿਆਰੀ ਕਰ ਲੈਣੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ। ਰਾਜਾ ਜੈ ਸਿੰਘ ਆਪਣੀ ਪਟਰਾਣੀ ਨੂੰ ਕਹਿੰਦਾ ਹੈ, ਧਰ ਸ਼ਰਧਾ ਸਤਿਗੁਰ ਦਰ ਸੀਜੇ, ਤੇ ਸ਼ਰਧਾ ਧਾਰਨ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਲਵੋ। ਬੜੇ ਭਾਗਾ ਵਪਾਏ ਤਿਹਾਰੇ, ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਤੁਹਾਡੇ ਬਹੁਤ ਹੀ ਵੱਡੇ ਭਾਗ ਹਨ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਏ। ਸਫਲ ਜਨਮ ਹੋਏ ਗੁਰੂ ਨਿਹਾਰੇ, ਤੇ ਤੁਹਾਡਾ ਮਨੁੱਖਾ ਜਨਮ ਜਿਹੜਾ ਹੈ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਕੇ
ਸਫਲਾ ਹੋ ਜਾਵੇਗਾ। ਮਤਿਮ ਕਰਕੇ ਦੰਪਤ ਸੋਏ। ਇਸ ਤਰ੍ਹਾਂ ਜੈ ਸਿੰਘ ਰਾਜਾ ਤੇ ਉਹਦੀ ਘਰ ਵਾਲੀ ਪਟਰਾਣੀ ਇਸ ਤਰ੍ਹਾਂ ਦਾ ਮਤਾ ਕਰਕੇ, ਇਸ ਤਰ੍ਹਾਂ ਦੀ ਸਲਾਹ ਪਕਾ ਕਰਕੇ ਸੁਖ ਸੋਠੇ ਪ੍ਰਾਤ ਜਗ ਹੋਏ। ਤਾਂ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਸੁਖ ਦੇ ਨਾਲ ਨੀਂਦ ਪੂਰੀ ਕਰਕੇ ਉੱਠੇ ਹਨ। ਰੰਗ ਮਹਿਲ ਨੀਕੇ ਸੁਧਰਾਇਓ। ਉਸੇ ਤਰ੍ਹਾਂ ਜਿਵੇਂ ਜੈ ਸਿੰਘ ਰਾਜੇ ਨੇ ਕਿਹਾ ਸੀ, ਰੰਗ ਮਹਿਲ ਦੀ ਰਣਵਾਸ ਦੀ ਚੰਗੀ ਤਰ੍ਹਾਂ ਸਫਾਈ ਕਰਾਈ ਗਈ। ਮੁਕਰ ਮੂਰਤਨ ਬ੍ਰਿੰਦ ਸੁਹਾਇਓ। ਸ਼ੀਸ਼ੇ ਰੱਖ ਦਿੱਤੇ, ਸੋਹਣੀਆਂ ਮੂਰਤੀਆਂ ਰੱਖ ਦਿੱਤੀਆਂ, ਜਿਸ ਕਰਕੇ ਬਹੁਤ ਹੀ ਸੋਹਣਾ ਸੱਜ ਗਿਆ। ਰੰਗਦਾਰ ਬਰਤੁੰਗ ਅਟਾਰੀ। ਤੇ ਫਿਰ ਰੰਗਦਾਰ ਉੱਚੀਆਂ ਉੱਚੀਆਂ ਅਟਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਰੰਗ ਕਰ ਦਿੱਤਾ ਗਿਆ। ਤਨ ਚਾਮੀ ਕਰ ਲਿਪਕਾਰੀ। ਤੇ ਜਿਹੜੀਆਂ ਮਹਿਲ ਦੀਆਂ ਕੰਧਾਂ ਸਨ, ਕੰਧਾਂ ਤੇ ਚਾਮੀਕਾਰ ਲਿਪਕਾਰੀ, ਲੇਪਣ ਕੀਤਾ ਗਿਆ ਸੋਨੇ ਦਾ, ਭਾਵ ਕੇ ਰੰਗ ਦੇ ਵਿੱਚ ਸੋਨਾ ਰਲਾ ਕਰਕੇ ਤੇ ਚਿੱਤਰਕਲਾ ਜੀ ਬਣਾਤੀ। ਕੰਧਾਂ ਦੇ ਫੁੱਲ ਵੇਲ ਬੂਟੀਆਂ ਕੱਢੀਆਂ ਹਨ। ਤਰਵਰ ਫੂਲ ਫਲਨ ਸੋ ਲਿਖੇ। ਕੋਈ ਤਰਵਰ ਬਣਾਤਾ, ਕੋਈ ਉਸ ਦਰਖਤ ਦੇ ਫੁੱਲ ਬਣਾਤਾ, ਕੋਈ ਫਲ ਬਣਾਤਾ। ਇਸ ਤਰ੍ਹਾਂ ਸਾਧ ਸੰਗਤ ਜੀ ਚਾਮੀਕਾਰ ਸੋਨੇ ਦੇ ਤੇ ਰੰਗ ਨੂੰ ਮਿਲਾ ਕੇ ਕੰਮ ਕੀਤਾ ਕੰਧਾਂ ਉੱਤੇ। ਬ੍ਰਿੰਦ ਵਿਹੰਗਮ ਕਰ ਤਿਨ ਵਿਖੇ। ਬਹੁਤੇ ਪੰਛੀ ਵੀ ਬਣਾ ਦਿੱਤੇ ਉਹਨਾਂ ਦੇ ਉੱਤੇ ਜੋ ਬੈਠ ਰਹੇ ਹਨ। ਰਜਲ ਵਿਚਿਤਰ ਪਵਿੱਤਰ ਕਰਾਏ। ਇਸ ਤਰ੍ਹਾਂ ਬੜੇ ਰੁਚੀ ਦੇ ਨਾਲ ਬਚਿੱਤਰ ਵਚਿੱਤਰ ਹੈਰਾਨ ਕਰਨ ਵਾਲੇ ਚਿੱਤਰ ਰੰਗ ਤੇ ਸੋਨੇ ਨੂੰ ਮਿਲਾ ਕਰਕੇ ਪਵਿੱਤਰ ਕਰਾਏ, ਬਣਾਉਣਾ ਕੀਤੇ ਤੇ ਸਾਰੇ ਘਰ ਨੂੰ ਸਾਫ ਸੁਥਰਾ ਪਵਿੱਤਰ ਕੀਤਾ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ। ਸਦਰਿਸ਼ ਅਰਸ਼ ਫਰਸ਼ ਦਸਵਾਏ। ਸਦਰਸ਼ ਅਰਸ਼ ਜਿਵੇਂ ਆਕਾਸ਼ ਹੁੰਦਾ, ਆਸਮਾਨ ਹੁੰਦਾ, ਉਹਦੇ ਬਰਾਬਰ ਦਾ ਫਰਸ਼ ਹੇਠਾਂ ਵਿਛਾਇਆ ਗਿਆ, ਗਲੀਚੇ ਵਿਛਾਏ। ਜਹਨਾ ਬਿਦਤਨੇ ਬਿਤਾਨਾ। ਤੇ ਚਾਰ ਪਾਸੇ ਸਾਧ ਸੰਗਤ ਮਹਾਰਾਜ ਸਾਹਿਬ ਦੇ ਬੈਠਣ ਦੇ ਵਾਸਤੇ ਕਸ ਕਰਕੇ ਰੱਸੀਆਂ ਦੇ ਨਾਲ ਜਿਹੇ ਨਾਨਾ ਬਿਦ ਤਨੇ ਬਿਤਾਨਾ ਚੰਦੋਏ ਤਾਣ ਦਿੱਤੇ ਗੁਰਾਂ ਦੇ ਬੈਠਣ ਦੇ ਲਈ। ਜ਼ਰੀਦਾਰ ਝਾਲਰ ਚਲਕੰਨਾ। ਜਿਸ ਚੰਦੋਏ ਤੇ ਜਰੀ ਦਾ ਕੰਮ ਹੋਇਆ ਹੈ, ਹੇਠਾਂ ਨੂੰ ਝਾਲਰਾਂ ਨੇ ਜੋ ਝਿਲਮਿਲ ਕਾਰ ਕਰ ਰਹੀਆਂ ਨੇ। ਚੰਦਨ ਚੌਂਕੀ ਰਚ ਚਾਰੂ। ਤੇ ਚੰਦੋਏ ਦੇ ਹੇਠਾਂ ਇੱਕ ਬਹੁਤ ਸੋਹਣੀ ਚੰਦਨ ਦੀ ਚੌਂਕੀ ਜਿਹੜੀ ਹੈ ਬਹੁਤ ਸੁੰਦਰ, ਉਹ ਢਾ ਦਿੱਤੀ ਗਈ ਸਤਿਗੁਰਾਂ ਦੇ ਬੈਠਣ ਲਈ। ਰਚਨਾ ਚਿੱਤਰ ਰਚੀ ਦਿਸ਼ ਚਾਰੂ। ਤੇ ਚਾਰ ਦਿਸ਼ਾ ਦੇ ਵਿੱਚ ਜਿੱਥੇ ਸਤਿਗੁਰਾਂ ਦਾ ਆਸਣ ਲਵਾਉਣਾ ਸੀ, ਚਿੱਤਰਾਂ ਦੇ ਨਾਲ ਸੋਹਣੀ ਰਚਨਾ ਰਚ ਦਿੱਤੀ ਕੰਧਾਂ ਦੇ ਉੱਤੇ। ਫਰਸ਼ ਮਖਮਲੀ ਮੋਤਨ ਲਰੀ। ਫਰਸ਼ ਮਖਮਲੀ ਮਹਾਰਾਜ ਸਾਹਿਬ ਦੀ ਵਿਛਾਈ ਮਖਮਲੀ ਰੇਸ਼ਮ ਦੇ ਕੋਮਲ ਵਸਤਰਾਂ ਦੇ ਨਾਲ ਕੀਤੀ ਹੈ। ਅਤੇ ਚੌਂਕੀ ਦੇ ਚਾਰ ਸਫੇਰੇ ਮੋਤੀਆਂ ਦੀਆਂ ਲੜੀਆਂ ਲਮਕਾ ਦਿੱਤੀਆਂ, ਜਿੱਥੇ ਸਿੰਘਾਸਣ ਤੇ ਬਿਰਾਜਣਾ ਹੈ। ਲੜਕਤਰ ਚਰ ਬਿਰਾਜਤ ਖਰੀ। ਲੜਕ ਰਹੀਆਂ ਮੋਤੀਆਂ ਦੀਆਂ ਲੜੀਆਂ ਕਤਾਰਾਂ ਬੜੀਆਂ ਸੋਹਣੀਆਂ ਲੱਗ ਰਹੀਆਂ ਹਨ। ਛੱਬੇ ਝੂਲਤ ਦੋਹ ਜਿਸ ਜਰੀ। ਤੇ ਫਿਰ ਦੋਵਾਂ ਦਿਸ਼ਾਵਾਂ ਦੇ ਵਿੱਚ ਛੱਬੇ ਲਟਕਰੇ ਝੂਲਦੇ ਹਨ। ਬਾਡੋ ਪਧਾਨ ਧਰਿਓ ਮ੍ਰਿਦ ਭਰੀ। ਬਹੁਤ ਵੱਡਾ ਤੇ ਕੋਮਲ ਮਹਾਰਾਜ ਸਾਹਿਬ ਦੇ ਢੋਲ ਆਉਣ ਦੇ ਵਾਸਤੇ ਉਹ ਪ੍ਰਧਾਨ ਵੱਡਾ ਸਰਾਣਾ ਉੱਥੇ ਢਾ ਦਿੱਤਾ, ਵਿਛਾ ਦਿੱਤਾ। ਇਤਿਆਦਿਕ ਰੁਠ ਸਚਨ ਰਚਾਈ। ਇਤਿਆਦਿਕ ਸੁਠ ਰਚਨ ਰਚਾਈ। ਇਸ ਤਰ੍ਹਾਂ ਬੜੀ ਸੋਹਣੀ ਰਚਨਾ ਰਾਜੇ ਦੇ ਕਹਿਣ ਤੇ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਰਚ ਦਿੱਤੀ ਮਹਿਲਾਂ 'ਚ। ਜਿਸ ਦੇਖਤ ਮਨ ਰਹਿ ਬਿਰਮਾਈ। ਜਿਹਨੂੰ ਵੇਖ ਕਰਕੇ ਵੇਖਣ ਵਾਲਿਆਂ ਦੇ ਮਨ ਹੀ ਜਿਹੜੇ ਹਨ ਉਹ ਚੁਰਾਏ ਜਾਣ, ਭਰਮ ਜਾਣ, ਐਸੀ ਸੋਹਣੀ ਸੁੰਦਰਤਾ ਹੈ। ਬਹੁਤ ਮੋਲ ਕੇ ਦੀਪਤ ਜਵਾਹਰ। ਬਹੁਤ ਹੀ ਭਾਰੀ ਕੀਮਤ ਦੇ ਜਵਾਹਰਾਤ ਵਸਾਏ ਸੋ ਕੋਸ਼ ਤੇ ਬਾਹਰ। ਸਤਿਗੁਰਾਂ ਨੂੰ ਮਿਲਣ ਤੋਂ ਪਹਿਲਾਂ ਭੇਟਾ ਵਜੋਂ ਉਹ ਕੀਮਤੀ ਜਵਾਹਰਾਤਕ ਖਜ਼ਾਨੇ ਚੋਂ ਖਜ਼ਾਨਚੀ ਨੂੰ ਹੁਕਮ ਕਰਕੇ ਬਾਹਰ ਕਢਾਏ ਨੇ। ਬਸਤਰ ਵਿਭੂਖਨ ਬਰਨ ਬਰਨ ਕੇ। ਤੇ ਕਈ ਤਰ੍ਹਾਂ ਦੇ ਬਸਤਰ ਤੇ ਰੰਗਾਂ ਰੰਗਾਂ ਦੇ ਬਸਤਰ ਤੇ ਗਹਿਣੇ ਆਦਿਕ ਆਗਿਆ ਸਤਿਗੁਰ ਹੇਤ ਧਰਨ ਕੇ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਅੱਗੇ ਭੇਟਾ ਵਜੋਂ ਰੱਖਣ ਦੇ ਵਾਸਤੇ ਸਰਬ ਤਿਆਰ ਵਸਤੂ ਕਰਵਾਏ। ਇਸ ਤਰ੍ਹਾਂ ਇਹ ਸਾਰੀਆਂ ਭੇਟਾਵਾਂ ਦੇਣ ਲਈ ਹੋਰ ਗਹਿਣੇ ਕੱਪੜੇ ਕੀਮਤੀ ਵਸਤੂਆਂ ਹੋਰ ਸਾਜੋ ਸਮਾਨ ਦੀ ਤਿਆਰੀ ਸਭ ਤਰ੍ਹਾਂ ਕਰਕੇ ਕਰਾ ਲਈ। ਜਦ ਲਿਆ ਮਨ ਹਿਤ ਚੌਂਪ ਵਢਾਏ। ਫਿਰ ਗੁਰੂ ਸਾਹਿਬ ਨੂੰ ਘਰੇ ਲਿਆਉਣ ਵਾਸਤੇ ਮਨ ਵਿੱਚ ਚਿੱਤ ਵਿੱਚ ਚਾਅ ਵਧਾਇਆ ਜੈ ਸਿੰਘ ਰਾਜੇ ਨੇ। ਸੁੰਦਰਤਾ ਸਭ ਬਿਦ ਸੁਧਰਾਈ। ਹਰ ਤਰ੍ਹਾਂ ਕਰਕੇ ਸੁੰਦਰਤਾ 'ਚ ਸੁਧਾਰ ਕੀਤਾ। ਪਹਿਲਾਂ ਹੀ ਰਾਜੇ ਦਾ ਮਹਿਲ ਹੈ, ਸੋਹਣਾ ਤਾਂ ਪਹਿਲਾਂ ਹੀ ਸੀ,
ਉਹਦੇ ਵਿੱਚ ਹੋਰ ਸੁਧਾਈ ਕੀਤੀ, ਹੋਰ ਸੁਧਾਰ ਕੀਤਾ ਹੈ। ਜੈਪੁਰ ਪਤ ਜੈ ਸਿੰਘ ਸਵਾਈ, ਰਾਜਾ ਜੈ ਸਿੰਘ ਜੋ ਅੰਬਰਪੁਰ ਸ਼ਹਿਰ ਦਾ ਮਾਲਕ ਹੈ। ਇਤ ਸ੍ਰੀ ਸਤਿਗੁਰ ਸਭ ਵਿਦ ਜਾਨੀ, ਇਤ ਸ੍ਰੀ ਸਤਿਗੁਰ ਸਭ ਵਿਦ ਜਾਨੀ। ਉਧਰ ਜੈ ਸਿੰਘ ਮਹਾਰਾਜ ਨੂੰ ਘਰੇ ਲਿਆ ਕੇ ਨਾਲੇ ਸੇਵਾ ਦਾ ਬਹਾਨਾ ਨਾਲੇ ਪਰਖ ਕਰਨੀ ਚਾਹੁੰਦਾ। ਇਹ ਜਿਵੇਂ ਤਿਆਰੀ ਕਰ ਰਿਹਾ, ਉਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਅੰਤਰਜਾਮੀ ਭਾਵੇਂ ਆਪਣੇ ਆਸਣ ਤੇ ਨੇ ਤੇ ਰਾਜੇ ਦੀ ਸਾਰੀ ਨੀਅਤ ਜਾਣ ਗਏ। ਪਰਖ ਬੇਜਸਕ੍ਰਿਤ ਠਾਨੀ, ਜਿਵੇਂ ਪਰਖ ਕਰਨ ਦੇ ਲਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸ਼ਕਤੀ ਵੇਖਣ ਲਈ ਜਿਹੜਾ ਕੰਮ ਜੈ ਸਿੰਘ ਨੇ ਕੀਤਾ ਬਾਦਸ਼ਾਹ ਦੇ ਆਖੇ ਲੱਗ ਕੇ, ਉਹ 8ਵੇਂ ਪਾਤਸ਼ਾਹ ਨੇ ਬੁੱਝ ਲਿਆ ਹੈ। ਅਤ ਚਿੰਤਾ ਤੁਰ ਚਿਤ ਮੈਂ ਹੋਏ, 8ਵੇਂ ਪਾਤਸ਼ਾਹ ਚਿੱਤ ਦੇ ਵਿੱਚ ਬਹੁਤੇ ਚਿੰਤਾ ਤਰ ਹੋਏ, ਸੋਚਾਂ 'ਚ ਪੈ ਗਏ। ਅੰਤ ਮਨ ਕੁਮਤ ਪਰੋਏ, ਕਹਿਣ ਲੱਗੇ ਵੀ ਇਹ ਰਾਜਾ ਜੈ ਸਿੰਘ ਖੋਟੀ ਮੱਤ ਵਿੱਚ ਪਰੋਤਾ ਗਿਆ ਹੈ, ਸਾਡਾ ਅੰਤ ਹੀ ਲਿਆ ਚਾਹੁੰਦਾ ਹੈ। ਜਿਹੜਾ ਕਿਸੇ ਦੀ ਪਰਖ ਕਰਨੀ, ਸ਼ਕਤੀ ਵੇਖਣੀ ਹੁੰਦੀ ਹੈ, ਅੰਤ ਲੈਣ ਦੇ ਬਰਾਬਰ ਹੀ ਹੁੰਦਾ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ ਇਹ ਸਾਡਾ ਅੰਤ ਲੈਣਾ ਚਾਹੁੰਦਾ ਹੈ। ਹੁਣ ਜੋ ਚਾਹਤ ਵਸਤ ਛੁਪਾਈ, ਜਿਹੜੀ ਵਸਤੂ ਅਸੀਂ ਗੁਰੂ ਨਾਨਕ ਸਾਹਿਬ ਦੇ ਤਖਤ ਤੇ ਬੈਠੇ ਛੁਪਾ ਕੇ ਰੱਖਣਾ ਚਾਹੁੰਦੇ ਆ ਵੀ ਕਿਸੇ ਨੂੰ ਨਾ ਹੀ ਵਿਖਾਈਏ। ਸੋਚਿਤ ਬਾਂਛ ਤੇ ਹੋ ਬਿਦਤਾਈ, ਕਹਿੰਦੇ ਵੀ ਇਹ ਚਿੱਤ ਦੇ ਵਿੱਚ ਚਾਹੁੰਦਾ ਹੈ ਵੀ ਅਸੀਂ ਪ੍ਰਗਟ ਕਰਕੇ ਵਿਖਾਈਏ। ਪ੍ਰਗਟ ਪ੍ਰਤੱਖ ਸਾਡੀ ਇਹ ਕਰਾਮਾਤ ਸ਼ਕਤੀ ਪਰਖਣਾ ਚਾਹੁੰਦਾ ਹੈ। ਪ੍ਰਭ ਕੇ ਸੰਤ ਜੋ ਲਖੇ ਭਲੀਨਾ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬੈਠੇ ਵਿਚਾਰ ਕਰ ਰਹੇ ਨੇ ਵੀ ਰੱਬ ਦੇ ਸੰਤ ਜਿਹੜੀ ਗੱਲ ਨੂੰ ਚੰਗੀ ਨਹੀਂ ਮੰਨਦੇ, ਕਰ ਬੇਮੈਨ ਮਤ ਭੀਨ, ਉਹ ਕੰਮ ਕਰਨ ਦੇ ਵਿੱਚ ਰਾਜੇ ਜੈ ਸਿੰਘ ਦੀ ਮਤ ਭਿੱਜੀ ਹੋਈ ਹੈ। ਰੱਬ ਦੇ ਪਿਆਰੇ ਐਵੇਂ ਸ਼ਕਤੀਆਂ ਨਹੀਂ ਵਿਖਾਉਣਾ ਚਾਹੁੰਦੇ। ਉਸਤੇ ਕੁਛ ਕਰਤਾ ਧਰ ਚਾਓ, ਕਹਿੰਦੇ ਵੀ ਇਹ ਚਿੱਤ ਵਿੱਚ ਐਵੇਂ ਚਾਅ ਜਿਹਾ ਵਧਾ ਕਰਕੇ ਕਦੀ ਕੁਝ ਤੇ ਕਦੀ ਕੁਝ ਐਵੇਂ ਕਰਨ ਦੀ ਸੋਚਦਾ ਹੈ ਵੀ ਅਸੀਂ ਕਰੀਏ। ਤੇ ਇਹ ਜਿਹੜਾ ਕਿਸੇ ਚੀਜ਼ ਤੋਂ ਕੋਈ ਚੀਜ਼ ਹੋਰ ਹੀ ਬਣਾ ਕੇ ਵਿਖਾ ਦੇਣੀ, ਇਹ ਤਾਂ ਕਹਿੰਦੇ ਵੀ ਨਾਟਕ ਚੇਟਕ ਜੇ, ਇਹ ਤਮਾਸ਼ਗੀਰ ਲੋਕਾਂ ਦੇ ਕੰਮ ਹੁੰਦੇ ਆ ਵੀ ਜਿਹੜਾ ਲੋਕਾਂ ਨੂੰ ਵਿਖਾਉਣਾ ਕੁਝ ਬਣਾ ਕੇ ਵੀ ਹੱਥ 'ਚੋਂ ਪੈਸੇ ਪ੍ਰਗਟ ਕਰ ਦੇਣੇ, ਕੋਈ ਕਿਤੇੋਂ ਕੋਈ ਚੀਜ਼ ਬਣਾ ਦੇਣੀ। ਇਹਦੇ ਕਹਿੰਦੇ ਚੇਟਕੀ ਲੋਕਾਂ ਦਾ, ਤਮਾਸ਼ਬੀਨ ਲੋਕਾਂ ਦਾ ਕੰਮ ਹੁੰਦਾ। ਤੇ ਸਾਡੇ ਕੋਲ ਰਾਜਾ ਜੈ ਸਿੰਘ ਇਹੋ ਜਿਹੇ ਕੰਮ ਵੇਖਣੇ ਚਾਹੁੰਦਾ ਹੈ। ਸੋ ਜਗ ਮੈਂ ਦਿਖ ਰਾਏ ਪ੍ਰਭਾਉ, ਤੇ ਇਹ ਜਿਹੜੇ ਚੇਟਕੀ ਲੋਕ ਆਪਣੀ ਸ਼ਕਤੀ ਵਿਖਾ ਕੇ ਸਾਰੇ ਜੱਗ 'ਚ ਆਪਣਾ ਪ੍ਰਭਾਵ ਵਿਖਾਉਂਦੇ ਨੇ ਵੀ ਵੇਖੋ ਅਸੀਂ ਕਿੱਡੀ ਸ਼ਕਤੀ ਦੇ ਮਾਲਕ ਹਾਂ। ਲੋਕਾਂ ਕੇ ਬਸ ਕਰਬੇ, ਬਸ ਲੋਕਾਂ ਨੂੰ ਆਪਣੇ ਵਸ ਕਰਨ ਵਾਸਤੇ ਅਨੇਕ ਘਾਤ ਰਚ ਧਨ ਹਰ ਲੇਤ, ਅਨੇਕਾਂ ਦਾ ਘਾ ਕਰਕੇ ਲੋਕਾਂ ਦਾ ਧਨ ਹੀ ਚੁਰਾ ਲੈਂਦੇ, ਖੋਹ ਲੈਂਦੇ ਨੇ। ਵਲਛਲ ਕਰਕੇ ਲੋਕ ਸ਼ਕਤੀਆਂ ਵੇਖ ਕੇ ਹੀ ਦੇਈ ਜਾਂਦੇ ਪੈਸੇ। ਅਸਜ ਮਤ ਵਾਵਨ ਬਿਰਮਾਏ, ਤੇ ਇਹੋ ਜਿਹੀਆਂ ਅਜਮਤ ਸ਼ਕਤੀਆਂ ਦੇ ਨਾਲ ਮਹਾਰਾਜ ਜੀ ਕਹਿੰਦੇ ਲੋਕਾਂ ਦੇ ਮਨ ਨੂੰ ਭਰਮਾਉਂਦੇ ਨੇ। ਜਿਹੜੇ ਉਹ ਚੇਟਕੀ ਲੋਕ ਹੁੰਦੇ ਆ, ਇਹ ਤਮਾਸ਼ਗੀਰ ਲੋਕਾਂ ਦਾ ਕੰਮ ਹੁੰਦਾ ਹੈ। ਰੱਬ ਦੇ ਸੰਤ ਤੇ ਕਰਮ ਨਹੀਂ ਕਰਦੇ। ਪਰਲੋਕ ਗਤੀ ਲਖ ਪਾਏ, ਤੇ ਪਰਲੋਕ ਦੀ ਜਿਹੜੀ ਗਤੀ ਹਾਲਤ ਉੱਥੇ ਕੀ ਹੋਵੇਗੀ ਇਸ ਗੱਲ ਨੂੰ ਉਹ ਜਾਣਦੇ ਨਹੀਂ ਹਨ। ਦੋਨੋਂ ਭੂਲਤ ਹੈ ਪ੍ਰਭ ਪੰਥਾ, ਦੋਨੋਂ ਭੂਲਤ ਹੈ ਪ੍ਰਭ ਪੰਥਾ। ਕਹਿੰਦੇ ਦੋਵੇਂ ਹੀ ਪਰਮੇਸ਼ਰ ਦੇ ਪੰਥ ਤੋਂ, ਮਾਰਗ ਤੋਂ ਭੁੱਲੇ ਹੋਏ ਹਨ। ਜੋ ਉਪਦੇਸ਼ ਕਰ ਲੈ ਸੰਤ, ਕੌਣ ਕੌਣ ਭੁੱਲੇ ਨੇ? ਜਿਹੜੇ ਉਪਦੇਸ਼ਕ ਬਣ ਕੇ ਦਾ ਚੇਟਕੀ ਬਣ ਕੇ ਤਮਾਸ਼ੇ ਸ਼ਕਤੀਆਂ ਵਿਖਾਉਂਦੇ, ਉਹ ਵੀ ਰੱਬ ਦੇ ਰਾਹ ਤੋਂ ਭੁੱਲੇ। ਅਰਲੇ ਸੰਥਾ ਤੇ ਜਿਹੜੇ ਉਹਨਾਂ ਕੋਲ ਫਿਰ ਅੱਗੇ ਸੰਥਿਆ ਭਾਵ ਸਿੱਖਿਆ ਲੈਂਦੇ ਨੇ, ਜਿਹੜੇ ਉਹ ਤਮਾਸ਼ਬੀਨ ਲੋਕਾਂ ਦੀ ਗੱਲ ਮੰਨਦੇ ਹਨ, ਇਹ ਦੋਵੇਂ ਰੱਬ ਦੇ ਰਾਹ ਤੋਂ ਭੁੱਲੇ ਨੇ। ਸਤਿਗੁਰ ਕੇ ਘਰ ਨ ਇਹ ਨੀਕੀ, ਇਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗੱਲ ਚੰਗੀ ਨਹੀਂ ਜਾਣੀ ਜਾਂਦੀ ਵੀ ਐਵੇਂ ਲੋਕਾਂ ਨੂੰ ਵਿਖਾਵਾ ਕਰਨ ਵਾਸਤੇ ਸ਼ਕਤੀਆਂ ਨਹੀਂ ਵਿਖਾਈਆਂ ਜਾਂਦੀਆਂ। ਇਹ ਕਿਤੇ ਲੋਕਾਂ ਨੂੰ ਵਸ ਕਰਨ ਦੇ ਲਈ ਕਰਾਮਾਤ ਨਹੀਂ ਵਿਖਾਉਂਦੇ। ਜਿਸ ਤੇ ਹੋਏ ਕਲਿਆਣ ਨ ਜੀ ਕੀ, ਜਿਸ ਕੰਮ ਕਰਕੇ ਕਿਸੇ ਦੀ ਜੀ ਦੀ ਜਿੰਦ ਦੀ ਕਲਿਆਣ ਨਹੀਂ ਹੋ ਸਕਦੀ। ਨਾਟਕ ਚੇਟਕ ਕਰ ਦਿਖਲਾਵਨ, ਇਸ ਤਰ੍ਹਾਂ ਦੇ ਨਾਟਕ ਚੇਟਕ ਤਮਾਸ਼ੇ ਜੇ ਕਰਕੇ ਤੇ ਜਿਹੜੇ ਲੋਕਾਂ ਨੂੰ ਵਿਖਾਉਣੇ ਹਨ, ਅਨਕ ਵਿਦਨ ਕਰ ਨਰ ਬਿਰਮਾਵਨ, ਅਨੇਕਾਂ ਤਰੀਕਿਆਂ ਦੇ ਨਾਲ ਲੋਕਾਂ ਨੂੰ ਭਰਮਾ ਕੇ ਜਿਹੜਾ ਆਪਣੇ ਪਿੱਛੇ ਲਾਉਣਾ ਹੈ ਵੀ ਇਹ ਬੜੀਆਂ ਸ਼ਕਤੀਆਂ ਦਾ ਮਾਲਕ ਏ। ਸੋ ਹਮਨੇ ਕਰਨੀ ਵਿਦ ਨਾਹੀ, ਉਹ ਵਿਧੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਅਸੀਂ ਨਹੀਂ ਕਰਨਾ ਚਾਹੁੰਦੇ। ਕਰਾਮਾਤ ਦਿਖ ਰਾਮ ਹੈ ਕਾਹੇ ਨਾ, ਤੇ
ਕਰਾਮਾਤ ਦਿਖਰਾਵੈ ਕਾਹੇ ਨਾ। ਅਸੀਂ ਕਿਸੇ ਤਰ੍ਹਾਂ ਵੀ ਇਹ ਕਰਾਮਾਤ ਕਿਉਂ ਵਿਖਾਈਏ, ਲੋਕਾਂ ਨੂੰ ਵਸ ਕਰਨ ਵਾਲੀਆਂ ਗੱਲਾਂ ਸ਼ਕਤੀਆਂ ਨਾ ਕਿਉਂ ਕਰੀਏ। ਏਕ ਅਵਲੋਕਤ ਦੂਸਰ ਚਾਹੈ। ਇੱਕ ਨੂੰ ਵਿਖਾਵਾਂਗੇ, ਕੱਲ ਨੂੰ ਦੂਜਾ ਫੇਰ ਉੱਠ ਗਿਆ ਉਹ ਮਹਾਰਾਜ ਮੈਨੂੰ ਵੀ ਇਦਾਂ ਦੱਸ ਦਿਓ, ਵਿਖਾ ਦਿਓ। ਕੌਣ ਕਰ ਹੈ ਕਿਸ ਕਿਸ ਤੇ ਪਾਹੈ। ਫਿਰ ਕਿਹਦੇ ਕਿਹਦੇ ਕੋਲ ਮਹਾਰਾਜ ਕਹਿੰਦੇ ਅਸੀਂ ਇਹੋ ਜੀਆਂ ਕਰਾਮਾਤਾਂ ਵਿਖਾਉਂਦੇ ਫਿਰਾਂਗੇ, ਹਰ ਕੋਈ ਮੂੰਹ ਚੱਕ ਕੇ ਆਜੂ ਫੇਰ ਤਾਂ। ਪ੍ਰਥਮ ਇਸੇ ਕਾਰਨ ਕੋ ਜਾਣੇ। ਪ੍ਰਥਮ ਇਸੀ ਕਾਰਨ ਕੋ ਜਾਣੇ। ਪਹਿਲਾਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ ਜੇ ਅਸੀਂ ਦਿੱਲੀ ਨਹੀਂ ਸੀ ਨਾ ਆਉਣ ਨੂੰ ਤਿਆਰ ਹੋ ਰਹੇ, ਇਹੀ ਕਾਰਨ ਜਾਣ ਕਰਕੇ ਮੈਂ ਆਵਨ ਦਿੱਲੀ ਕੋ ਮਾਨੇ। ਦਿੱਲੀ ਦੇ ਵਿੱਚ ਆਉਣਾ ਸੀ ਮੰਨਦੇ ਹੀ ਨਹੀਂ ਸਾਂ ਵੀ ਸਾਨੂੰ ਦਿੱਲੀ ਜਾਣਾ ਹੀ ਨਹੀਂ ਚਾਹੀਦਾ। ਇਸ ਕੋ ਪ੍ਰੇਮ ਜਾਣ ਚਲਿਆ। ਇਹ ਤਾਂ ਰਾਜੇ ਜੈ ਸਿੰਘ ਦਾ ਪ੍ਰੇਮ ਜਾਣ ਕੇ ਅਸੀਂ ਆ ਗਏ ਵੀ ਸਾਡੇ ਨਾਲ ਪ੍ਰੇਮ ਕਰਦਾ ਏ। ਅਬ ਕੇ ਮਥਟ ਹੈ ਕੋ ਮਤ ਵਿਚਲਾਏ। ਪਰ ਪਤਾ ਨਹੀਂ ਆ ਵੀ ਇਹ ਹੁਣ ਕਿਵੇਂ ਠੱਟੀ ਬੈਠਾ, ਕਿਵੇਂ ਮਨ ਚ ਧਾਰੀ ਬੈਠਾ, ਪਰਖਣ ਲਈ ਪੁੱਠੀ ਜੀ ਮੱਤ ਦੇ ਕਰਕੇ ਉਹ ਰੰਗ ਜਿਵੇਂ ਕਹੀ ਜਾਂਦਾ ਇਹਦੀ ਮੱਤ ਉਵੇਂ ਵਿਚਲਤ ਹੋਈ ਜਾਂਦੀ, ਉਵੇਂ ਉਹਦੇ ਪਿੱਛੇ ਲੱਗਾ। ਉਹ ਜੋ ਕਹੀ ਜਾਂਦਾ ਹੈ ਉਹੀ ਇਹ ਜੈ ਸਿੰਘ ਮੰਨੀ ਜਾਂਦਾ ਏ। ਦੀਰਘਦਰਸ਼ੀ ਮਤ ਮੰਦ। ਇਹ ਮੰਦੀ ਮਤ ਵਾਲਾ ਜੈ ਸਿੰਘ ਬਣ ਗਿਆ, ਜਾਂ ਔਰੰਗਜ਼ੇਬ ਮੰਦੀ ਮਤ ਵਾਲਾ। ਉਹ ਦੀਰਘਦਰਸ਼ੀ ਨਹੀਂ ਆ, ਆਉਣ ਵਾਲੇ ਭਵਿੱਖ ਨੂੰ ਨਹੀਂ ਜਾਣਦਾ। ਚਾਹਤ ਪਰਲੋਕ ਆਨੰਦ। ਜਾਂ ਰਾਜਾ ਜੈ ਸਿੰਘ ਮੰਦੀ ਮਤ ਵਾਲਾ ਹੈ, ਆਪਣੇ ਪਰਲੋਕ ਦਾ ਆਨੰਦ ਨਹੀਂ ਚਾਹੁੰਦਾ, ਹੋਰ ਹੀ ਪਰਖਾਂ ਕਰਦਾ ਹੈ। ਸਤਨਾਮ ਸਿਮਰਨ ਵਿਸਰਾਏ। ਜਿਹਨੇ ਕਲਿਆਣ ਕਰਨੀ ਸੀ ਉਹ ਸੀ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿਣਾ ਤਾਂ ਇਹਨੇ ਭੁਲਾ ਹੀ ਦਿੱਤਾ ਏ। ਮਾਇਆ ਤ ਪ੍ਰਬਲ ਭੁਲਾਏ। ਪਰ ਕਹਿੰਦੇ ਰੱਬ ਦੀ ਮਾਇਆ ਵੀ ਬੜੀ ਪ੍ਰਬਲ ਹੈ, ਇਹਨੇ ਭੁਲਾ ਹੀ ਛੱਡੇ ਨੇ ਵੱਡੇ ਵੱਡੇ। ਰਾਜਾ ਜੈ ਸਿੰਘ ਵੀ ਉਦਾਂ ਹੀ ਭੁੱਲ ਗਿਆ। ਸੇਵਾ ਸੰਤਨ ਕੀ ਸ਼ੁਭ ਕਰਕੇ। ਜੋ ਰੱਬ ਦੇ ਪਿਆਰੇ ਨੇ ਉਹਨਾਂ ਸੰਤਾਂ ਦੀ ਸ਼ੁਭ ਭਾਵਨਾ ਨਾਲ ਸੇਵਾ ਕਰਨਾ ਕਰੇ। ਭਾਣੋ ਮੀਠੋ ਚਿਤ ਧਰ ਕੇ। ਰੱਬ ਦੇ ਭਾਣੇ ਨੂੰ ਰਜਾ ਨੂੰ ਚਿੱਤ ਦੇ ਵਿੱਚ ਮਿੱਠਾ ਪਿਆਰਾ ਕਰਕੇ ਮੰਨ ਲਵੇ, ਧਾਰ ਲਵੇ। ਮੈਂ ਤਾਂ ਸਿਮਰਨ ਹਰ ਨਾਮ। ਫਿਰ ਹਉਮੈ ਹੰਗਤਾ ਨਾ ਤਨ ਦੀ ਕਰੇ, ਪਦਾਰਥਾਂ ਦੀ ਮੇਰ ਨਾ ਕਰੇ। ਇਸ ਤਰ੍ਹਾਂ ਕਹਿੰਦੇ ਹਉਮੈ ਛੱਡ ਕੇ ਸਿਮਰਨ ਕਰੇ ਹਰੀ ਦੇ ਨਾਮ ਦਾ। ਕਰ ਮਿਲੇ ਨਹੀਂ ਦੁਖ ਧਾਮ। ਜਿਹੜਾ ਇਸ ਤਰ੍ਹਾਂ ਸਿਮਰਨ ਕਰਦਾ ਹੈ ਉਹ ਦੁੱਖਾਂ ਦੇ ਘਰ ਵਿੱਚ ਨਹੀਂ ਜਾਂਦਾ, ਉਹਨੂੰ ਫਿਰ ਦੁੱਖ ਪ੍ਰਾਪਤ ਨਹੀਂ ਹੁੰਦਾ, ਸੁਖ ਪ੍ਰਾਪਤ ਹੁੰਦੇ ਹਨ। ਅੰਮ੍ਰਿਤ ਤਜ ਵਿਖ ਗਹਿ ਬੇਦੌਰ ਹੈ। ਪਰ ਇਹ ਜੈ ਸਿੰਘ ਤਾਂ ਇਦਾਂ ਕਰ ਰਿਹਾ ਵੀ ਅੰਮ੍ਰਿਤ ਜਿਹੜਾ ਸੁਖ ਦਾ ਹੀ ਉਹ ਛੱਡ ਕੇ ਤੇ ਜ਼ਹਿਰ ਪੀਣ ਲਈ ਦੌੜ ਰਿਹਾ, ਜਿਹਦੇ ਨਾਲ ਮਰ ਜਾਣਾ ਹੈ। ਰੂਪ ਬੰਬੂਰ ਕਲਪਤਰ ਤੋਰ ਹੈ। ਰੂਪ ਬੰਬੂਰ ਕਲਪਤਰ ਤੋਰੈ। ਜਿਹੜਾ ਕਲਪਤਰ ਬ੍ਰਿਸ਼ ਹੈ ਪਰਮੇਸ਼ਰ ਦਾ ਨਾਮ, ਉਹਨੂੰ ਤਾਂ ਕਹਿੰਦਾ ਵੀ ਇਹ ਜਾਂ ਤੋੜ ਕਰਕੇ ਤੇ ਸਿੱਟ ਰਹੇ ਹਨ। ਤੇ ਜਿਹੜਾ ਹੈ ਕਿੱਕਰ ਦਾ ਰੁੱਖ, ਉਹਨੂੰ ਕਹਿੰਦੇ ਵੀ ਜਿਹਨੂੰ ਕੰਡੇ ਲੱਗਦੇ ਆ ਉਹਦੀ ਪਾਲਣਾ ਕਰ ਰਹੇ, ਉਹਦੀ ਰੱਖਿਆ ਕਰ ਰਹੇ। ਭਾਵ ਜਿਹੜੀਆਂ ਪਰਖਾਂ ਕਰਨੀਆਂ ਨੇ ਇਹ ਕਿੱਕਰਾਂ ਬੀਜਣ ਦੇ ਨਿਆਈ ਆ। ਜਿਹੜਾ ਰੱਬ ਦਾ ਨਾਮ ਜਪਣਾ ਭਾਣੇ 'ਚ ਰਹਿਣਾ ਹੈ ਇਹ ਕਲਪਤਰ ਬ੍ਰਿਸ਼ ਦੀ ਨਿਆਈ ਆ। ਕਹਿੰਦੇ ਵੀ ਉਹ ਕਲਪਤਰ ਬ੍ਰਿਸ਼ ਤਾਂ ਵੱਢੀ ਜਾ ਰਹੇ ਨੇ, ਤੋੜ ਰਹੇ ਨੇ, ਤੇ ਜਿਹੜੀਆਂ ਕਿੱਕਰਾਂ ਹਨ ਇਹਨਾਂ ਨੂੰ ਰੋਕ ਕੇ ਰੱਖ ਰਹੇ ਨੇ। ਆਤਾ ਮੋਲ ਕਰ ਡਾਰ ਹੈ ਹੀਰਾ। ਜਿਹੜਾ ਬਹੁਤਾ ਹੀ ਕੀਮਤੀ ਹੀਰਾ ਹੈ ਉਹਨੂੰ ਤਾਂ ਹੱਥ ਦੇ ਵਿੱਚੋਂ ਮੂਰਖ ਲੋਕ ਸੁੱਟ ਦਿੰਦੇ ਹਨ। ਫਟਕ ਬਿਹਾਜੇ ਸ਼ੁਭ ਮਤ ਕੀਰਾ। ਤੇ ਜੋ ਕੱਚ ਦੇ ਬਲੋਰ ਨੇ ਫਟਕ ਹੈ ਉਹਨੂੰ ਕਹਿੰਦੇ ਵੀ ਵਿਹਾਜ ਰਹੇ, ਉਹਦਾ ਵਪਾਰ ਕਰ ਰਹੇ ਨੇ। ਫਟਕ ਬਿਹਾਜ ਹੈ ਸ਼ੁਭ ਮਤ ਕੀਰਾ, ਜਿਨ੍ਹਾਂ ਦੀ ਸ਼ੁਭ ਮਤ ਤੋਂ ਮਾਨੋ ਵੀ ਕੰਗਾਲੀ ਹੋ ਗਈ ਹੈ। ਚੰਗੀ ਮਤ ਵੱਲੋਂ ਮੂਰਖ ਲੋਕ ਜਿਹੜੇ ਹੀਰੇ ਸੁੱਟ ਕੇ ਕੱਚ ਦਾ ਵਪਾਰ ਕਰਦੇ। ਇਸੇ ਤਰ੍ਹਾਂ ਮੂਰਖ ਨੇ ਜਿਹੜੇ ਨਾਮ ਜਪਣਾ ਛੱਡ ਕੇ ਤੇ ਕਰਾਮਾਤਾਂ ਦੀ ਇੱਛਾ ਰੱਖਦੇ ਨੇ। ਆਦਿਕ ਸੋਚਤ ਗਨ ਸੋਚਨ। ਇਸ ਤਰ੍ਹਾਂ ਸਭ ਦੀਆਂ ਸੋਚਾਂ ਕੱਟਣ ਵਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੋਚਾਂ ਵਿੱਚ ਪਏ ਸੋਚ ਰਹੇ ਨੇ। ਜਨਮ ਮਰਨ ਕੀ ਸੋਚ ਵਿਮੋਚਨ। ਜਿਹੜੇ ਸਾਰਿਆਂ ਦੀਆਂ ਜਨਮ ਮਰਨ ਦੀਆਂ ਸੋਚਾਂ ਨੂੰ ਨਾਸ਼ ਕਰਨ ਵਾਲੇ, ਚਿੰਤਾ ਦੇ ਦੂਰ ਕਰਨ ਵਾਲੇ, ਆਪ ਚਿੰਤਾ 'ਚ ਬਹਿ ਰਹੇ ਨੇ। ਰਿਪਕੋ ਆਮਨ ਸਮੈ ਪਛਾਨ। ਜਦੋਂ ਜਾਣਿਆ ਵੀ ਹੁਣ ਰਾਜੇ ਜੈ ਸਿੰਘ ਦਾ ਸਾਡੇ ਕੋਲ ਆਉਣ ਦਾ ਸਮਾਂ ਹੋ ਗਿਆ ਏ। ਘਰ ਪ੍ਰਵੇਸ਼ੇ ਕਿਰਪਾ ਨਿਦਾਨ। ਇੱਕ ਘਰ ਦੇ ਕਮਰੇ 'ਚ ਮਹਾਰਾਜ ਜੀ ਪ੍ਰਵੇਸ਼ ਕਰ ਗਏ ਜਿੱਥੇ ਸਤਿਗੁਰੂ ਠਹਿਰੇ ਹੋਏ ਸਨ। ਸਰਬ ਨਰਨ ਕੋ ਤਿਆਗੋ ਸੰਗ। ਜਿਹੜੇ ਸਿੱਖ ਨੇੜੇ ਸਨ ਉਹਨਾਂ ਸਾਰਿਆਂ ਦਾ ਸੰਗ ਤਿਆਗ ਦਿੱਤਾ, ਹੁਕਮ ਕੀਤਾ ਸਾਡੇ ਨੇੜੇ ਕੋਈ ਨਾ ਆਵੇ। ਏਕਾਕੀ ਗੁਰ ਇਕ ਰੰਗ। ਇੱਕ ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗ ਵਿੱਚ ਰੰਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਇਕਾਂਤ ਵਾਸ ਹੋ ਗਏ। ਤੇਜਾ ਸੁੰਦਰ ਅੰਦਰ
ਘਰ ਕੇ ਘਰ ਦੇ ਵਿੱਚ ਸੋਹਣੀਆਂ ਸੇਜਾਂ ਵਿਛਾਈਆਂ ਵਿਛੀਆਂ ਹੋਈਆਂ ਸਨ, ਜਿੱਥੇ ਮ੍ਰਿਦ ਰਸਵਾਏ ਪੌੜਵੇ ਕਰਕੇ ਮਿਰਦਲ ਵਿਛਾਈਆਂ ਦੇ ਉੱਪਰ ਵਿਸ਼ਰਾਮ ਕਰਨ ਦੇ ਹਿੱਤ ਸਭ ਤਿਆਰੀ ਸਿੱਖਾਂ ਨੇ ਕੀਤੀ ਸੀ। ਸੂਖਮ ਬਿਸਤ ਬਸਤਰ ਤਨ ਲੈ ਕੇ ਸੂਖਮ ਚਿੱਟੇ ਰੰਗ ਦਾ ਬਸਤਰ ਆਪਣੇ ਸਰੀਰ ਤੇ 8ਵੇਂ ਪਾਤਸ਼ਾਹ ਨੇ ਲੈ ਲਿਆ। ਸਤਿਗੁਰ ਥਿਰਤਾ ਨਿਜ ਕਹਿ ਕੈ ਆਪਣੇ ਸਰੂਪ ਵਿੱਚ ਧਿਆਨ ਧਾਰ ਕੇ ਮਹਾਰਾਜ ਚਿੱਟਾ ਚਾਦਰਾ ਲੈ ਕਰਕੇ ਪਲੰਘੇ ਤੇ ਸੌਂ ਗਏ, ਬਿਰਾਜਮਾਨ ਹੋ ਗਏ। ਲੋਕਨ ਕੀ ਕਰਤ ਵਿਚਾਰਨ ਗਤ ਲੋਕਨ ਕੀ ਕਰਤ ਵਿਚਾਰਨ, ਲੋਕਾਂ ਦੀ ਮੁਕਤੀ ਕਰਨ ਹਾਰੇ ਸਤਿਗੁਰੂ ਵਿਚਾਰਾਂ ਵਿਚਾਰ ਕਰ ਰਹੇ ਨੇ। ਸੁਧ ਅੰਦੇ ਪਾਵੇ ਪਾਰ ਵੀ ਇਹ ਲੋਕ ਬਿਨਾਂ ਸ਼ੁਭ ਗਿਆਤ ਤੋਂ ਅੰਨੇ ਹੋਏ ਨੇ, ਪਾਰਾਵਾਰ ਨਹੀਂ ਹੋਵੇਗਾ, ਇਹ ਪਾਰ ਨਹੀਂ ਪਾ ਸਕਦੇ ਸੰਸਾਰ ਤੋਂ। ਵਿਸ਼ੇ ਵਿਹਾਰ ਨ ਫਸੇ ਵਿਸਾਲਾ ਆ ਵਿਸ਼ੇ ਵਿਕਾਰਾਂ ਦੇ ਵਿਹਾਰ ਕਰਨ ਦੇ ਵਿੱਚ ਹੀ ਇਹ ਲੋਕ ਬਹੁਤਾ ਫਸੇ ਹੋਏ ਉਲਝੇ ਹੋਏ ਹਨ। ਜਾਏ ਨਰਕ ਪਕਰੇ ਜਮ ਜਲ ਨਰਕਾਂ ਦੇ ਵਿੱਚ ਜਾਣਗੇ, ਇਹਨਾਂ ਨੂੰ ਜਾਮ ਆਪਣਾ ਜਾਲ ਪਾ ਕੇ ਹੀ ਫੜੂਗਾ ਅਖੀਰ ਨੂੰ। ਅਨਕ ਜੋਨ ਜਨਮ ਨ ਅਰ ਮਰਨ ਸਤਿਗੁਰੂ ਸਾਹਿਬ ਕਹਿ ਰਹੇ ਨੇ ਅਨੇਕਾਂ ਹੀ ਜਿਹੜੀਆਂ ਜੂਨੀਆਂ ਨੇ ਤੇ ਵਾਰ-ਵਾਰ ਜੰਮਣਾ ਤੇ ਮਰਨਾ ਹੀ ਹੋਵੇਗਾ ਉਹਨਾਂ ਲੋਕਾਂ ਦਾ। ਮਤ ਮੂਰਖ ਨ ਕਰਬੇ ਹਰਨ ਮੂਰਖ ਮਤੀ ਵਾਲੇ ਇਸ ਨੂੰ ਦੂਰ ਨਹੀਂ ਕਰਦੇ, ਰੱਬ ਦੇ ਸਿਮਰਨ ਨੂੰ ਛੱਡ ਕੇ ਜਿਹੜੇ ਮਾੜੇ ਕੰਮਾਂ ਵੱਲੋਂ ਸੰਕੋਚ ਨਹੀਂ ਕਰਦੇ, ਸਿਮਰਨ ਵੱਲ ਧਿਆਨ ਨਹੀਂ ਲਾਉਂਦੇ। ਚਾਹਤ ਹੈ ਅਜ਼ਮਤ ਕੋ ਦੇਖਾ ਸਾਡੀ ਸ਼ਕਤੀ ਵੇਖਣਾ ਚਾਹੁੰਦੇ ਹਨ ਇਹ ਮੂਰਖ ਲੋਕ। ਆਪਣੋ ਲਗੇ ਨ ਕਾਜ ਬਸ਼ੇਖਾ ਇਹ ਆਪਣਾ ਜੀਵਨ ਦਾ ਕਾਰਜ ਸਵਾਰਨ ਦਾ ਜਾਣਦੇ ਨਹੀਂ ਵੀ ਅਸੀਂ ਜ਼ਿੰਦਗੀ ਸਵਾਰ ਲਈਏ ਕੋਈ ਨਾਮ ਜਪ ਕੇ ਸੇਵਾ ਕਰਕੇ। ਸਦਨ ਕਪਾਟ ਅਸੰਜਤ ਕਰੇ ਇਸ ਤਰ੍ਹਾਂ ਮਹਾਰਾਜ ਨੇ ਘਰ ਦੇ ਦਰਵਾਜ਼ੇ ਦੇ ਤਖਤੇ ਵੀ ਜਿਹੜੇ ਹਨ ਅੰਦਰੋਂ ਸਤਿਗੁਰੂ ਸਾਹਿਬ ਨੇ ਬੰਦ ਕਰ ਲਏ। ਅੰਤਰ ਸ਼੍ਰੀ ਹਰਿ ਕ੍ਰਿਸ਼ਨ ਸੁਥਰੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਪ ਅੰਦਰ ਜਾ ਕਰਕੇ ਬਿਰਾਜਮਾਨ ਹੋ ਗਏ। ਲੋਕ ਨਿਕਟ ਤੇ ਸਕਲ ਹਟਾਏ ਜਿਹੜੇ ਕੋਈ ਸੇਵਾਦਾਰ ਹਜ਼ੂਰੀ 'ਚ ਰਹਿੰਦੇ ਸਨ ਉਹਨਾਂ ਨੂੰ ਵੀ ਕਿਹਾ ਤੁਸੀਂ ਸਭ ਬਾਹਰ ਚਲੇ ਜਾਓ। ਬੈਠੇ ਦੂਰ ਆ ਜਾਏ ਸਮੁਦਾਇ ਸਾਰਿਆਂ ਤੋਂ ਦੂਰ ਜਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਿਰਾਜਮਾਨ ਹੋ ਗਏ। ਤਿਨ ਕਪਾਟ ਕੀ ਸਿੰਖਲ ਭੇਰ ਉਹਨਾਂ ਕਪਾੜ ਤਖਤਿਆਂ ਦੀ ਜਿਹੜੇ ਅੰਦਰ ਸੰਗਲ ਜਿਹਾ ਲੱਗਾ ਸੀ ਉਹਨੂੰ ਮਹਾਰਾਜ ਨੇ ਭੇੜ ਲਿਆ, ਕੁੰਡਾ ਲਾ ਦਿੱਤਾ ਅੰਦਰੋਂ। ਅੰਤਰ ਟਿਕੇ ਰਹੇ ਤਿਸ ਬੇਰ ਤੇ ਉਸ ਵੇਰ ਉਸ ਸਮੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਰਾਜੇ ਜੈ ਸਿੰਘ ਦਾ ਆਉਣ ਦਾ ਸਮਾਂ ਜਾਣ ਕੇ ਅੰਦਰ ਟਿਕ ਗਏ। ਦੋਹਰਾ ਜੈਪੁਰ ਪਤ ਹਰਖਤ ਸੋ ਚਿਤ ਕਰ ਇਕੱਠੋ ਰਣਵਾਸ ਕਰਦਾ ਜੈਪੁਰ ਪਤ ਹਰਖਤ ਸੋ ਚਿਤ। ਜੋ ਅੰਬਰਪੁਰ ਸ਼ਹਿਰ ਦਾ ਰਾਜਾ ਜੈ ਸਿੰਘ ਹੈ, ਚਿੱਤ ਦੇ ਵਿੱਚ ਉਧਰ ਤਿਆਰੀ ਕਰਕੇ ਬਹੁਤਾ ਹੀ ਖੁਸ਼ ਹੋਇਆ। ਹਰ ਇਕੱਠੋ ਰਣਵਾਸ ਤੇ ਇੱਕ ਥਾਂ ਦੇ ਸਾਰਾ ਰਣਵਾਸ ਸਾਰੀਆਂ ਰਾਣੀਆਂ ਨੂੰ ਇੱਕ ਥਾਂ ਦੇ ਇਕੱਠਿਆਂ ਕਰ ਲਿਆ ਵੀ ਸਭ ਇੱਕ ਥਾਂ ਆ ਜਾਵੋ। ਚਹਿਤ ਲਿਆਏ ਬੋ ਸਤਿਗੁਰੂ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਹੁਣ ਲਿਆਉਣਾ ਚਾਹੁੰਦਾ ਹੈ ਜਾ ਕਰਕੇ। ਨਮਰ ਹੋਏ ਕਰ ਦਾਸ ਬਹੁਤਾ ਨਿਮਰ ਹੋ ਕੇ ਦਾਸ ਬਣ ਕੇ ਸਤਿਗੁਰਾਂ ਵੱਲ ਤੁਰਨ ਲੱਗਾ। ਦੋਹਰਾ ਦਿਵਸ ਦੁਪਹਿਰੋ ਢਰਬੋ ਜਬ ਦਿਵਸ ਦੁਪਹਿਰੋ ਢਰਿਓ ਜਬ। ਜਦੋਂ ਦੁਪਹਿਰ ਦਾ ਸਮਾਂ ਢਲ ਗਿਆ, ਦੁਪਹਿਰਾਂ ਤੋਂ ਮਗਰ ਜੋ ਸਮਾਂ ਤੀਸਰੇ ਪਹਿਰ ਦੇ ਨੇੜੇ ਜਦੋਂ ਹੋ ਗਿਆ, ਸਗਲ ਤਿਆਰ ਕਰਵਾਏ ਸਾਰੀ ਤਿਆਰੀ ਜੈ ਸਿੰਘ ਨੇ ਕਰਵਾ ਦਿੱਤੀ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ। ਜੈ ਸਿੰਘ ਛਿਤਪਤ ਤਜ ਸਦਨਾ ਤਾਂ ਅੰਬਰਪੁਰ ਧਰਤੀ ਦਾ ਮਾਲਕ ਰਾਜਾ ਜੈ ਸਿੰਘ ਆਪਣਾ ਘਰ ਤਿਆਗ ਕਰਕੇ ਮਹਿਰ ਸੋਆਏ ਤੇ ਨਿਕਲ ਕੇ ਬਾਹਰ ਆ ਗਿਆ ਆਪਣੇ ਮਹਿਲਾਂ ਦੇ ਵਿੱਚੋਂ ਸਤਿਗੁਰੂ ਸਾਹਿਬ ਵੱਲ ਜਾਣ ਦੇ ਲਈ। ਚੌਪਾਈ ਸਿੰਘਪੁਰ ਮਹਿ ਆਇ ਥਿਰਿਓ ਹੈ ਜੋ ਸਿੰਘਪੁਰਾ ਇਹਨੇ ਵਸਾਇਆ ਹੈ ਰਾਜੇ ਜੈ ਸਿੰਘ ਨੇ, ਇਹਦਾ ਜੋ ਬਾਹਰਲਾ ਦਰਵਾਜ਼ਾ ਉੱਥੇ ਆ ਕੇ ਜੈ ਸਿੰਘ ਖਲੋ ਗਿਆ। ਮੁਜਰੋ ਨਰ ਪ੍ਰਧਾਨ ਕਰਿਓ ਹੈ ਜਿਹੜਾ ਪ੍ਰਧਾਨ ਮਨੁੱਖ ਸੀ ਰਾਜੇ ਦਾ, ਉਹਨੇ ਨਮਸਕਾਰ ਕੀਤੀ ਆ ਰਾਜੇ ਦੇ ਤਾਈਂ। ਤਿਸ ਤਿਸ ਥਲ ਪਰ ਸਕਲ ਹਟਾਏ ਤੇ ਉਸ ਵੇਲੇ ਜੈ ਸਿੰਘ ਰਾਜੇ ਨੇ ਸਾਰੇ ਜਿਹੜੇ ਨਾਲ ਲਾਓ ਲਕਸ਼ਰ ਜਾਂਦਾ ਸੀ, ਜਿੰਨੇ ਅੱਗੇ ਪਿੱਛੇ ਮੰਤਰੀ ਸੰਤਰੀ ਜਾਂਦੇ ਸਨ, ਉਹਨਾਂ ਸਾਰਿਆਂ ਨੂੰ ਕਹਿ ਕੇ ਹਟਾ ਦਿੱਤਾ ਵੀ ਤੁਸੀਂ ਹੁਣ ਮੇਰੇ ਪਿੱਛੇ ਨਹੀਂ ਆਉਣਾ ਕਿਸੇ ਨੇ। ਸਾਦਰ ਸੋ ਕਹਿ ਬੈਠਾਏ ਸਤਿਕਾਰ ਨਾ ਕਹਿ ਕੇ ਸਾਰਿਆਂ ਨੂੰ ਪਿਛਾਂ ਹੀ ਹਟਾ ਕੇ ਬਿਠਾ ਦਿੱਤਾ ਵੀ ਇੱਥੇ ਹੀ ਤੁਸੀਂ ਬੈਠੇ ਰਹੋ। ਹੁਣ ਏਕਾਕੀ ਅੱਗੇ ਚਲੇ ਆਏ ਅੱਗੇ ਜਦੋਂ ਮਹਾਰਾਜ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਡੇਰੇ ਦੇ ਨੇੜੇ ਆਇਆ, ਬਾਕੀ ਸਾਰਿਆਂ ਨੂੰ ਪਿਛਾਂ ਹਟਾ ਕਰਕੇ ਜਿਹੜੇ ਘਰੋਂ ਨਾਲ ਤੁਰੇ ਸਨ
ਉਹਨਾਂ ਨੂੰ ਹਟਾ ਕੇ ਵੀ ਇੱਥੇ ਬੈਠੋ ਅਡੀਕੋ, ਤੇ ਇਕੱਲਾ ਹੀ ਰਾਜਾ ਜੈ ਸਿੰਘ ਗੁਰੂ ਸਾਹਿਬ ਵੱਲ ਨੂੰ ਆ ਗਿਆ। ਜੈ ਸਤਿਗੁਰ ਕੋ ਸੇਵਰ ਕਰਾਇਓ। ਜਿਸ ਥਾਂ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਬਾਗਾਂ ਦੇ ਵਿੱਚ ਡੇਰਾ ਹੋਇਆ ਹੈ, ਬੰਗਲਾ ਸਾਹਿਬ ਵਾਲੇ ਸਥਾਨ ਤੇ ਆਨ ਪ੍ਰਵੇਸ਼ਿਓ ਪੌਰ ਮਝਾਰੇ। ਹਾਂ, ਜਾ ਕਰਕੇ ਰਾਜਾ ਸਹਿਜੇ ਸਹਿਜੇ ਤੁਰਦਾ ਹੋਇਆ ਉਸ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕਰ ਗਿਆ। ਸਭ ਅੱਗੇ ਉਠ ਖਰੇ ਨਿਹਾਰੇ। ਜਦੋਂ ਵੇਖਿਆ ਪਹਿਰੇਦਾਰਾਂ ਨੇ, ਸੇਵਕਾਂ ਨੇ ਵੀ ਰਾਜਾ ਜੈ ਸਿੰਘ ਆਇਆ ਹੈ, ਸਾਰੇ ਉੱਠ ਕੇ ਖਲੋ ਕੇ ਤੇ ਵੇਖਣ ਲੱਗ ਪਏ ਰਾਜੇ ਵੱਲ ਹੈਰਾਨ ਹੋ ਕੇ। ਜੈਪੁਰ ਨਾਥ ਅਚਾਨਕ ਆਵਨ। ਕਹਿੰਦੇ ਵੀ ਆ ਜੈ ਸਿੰਘ ਰਾਜੇ ਦਾ ਅਚਾਨਕ ਹੀ ਕਿਵੇਂ ਅੱਜ ਆਉਣਾ ਹੋ ਗਿਆ? ਤਾਂ ਸਵੇਰੇ ਸਵੇਰ ਦਰਸ਼ਨ ਕਰਨ ਆਉਂਦਾ ਸੀ ਮਹਾਰਾਜ ਦੇ ਅੱਗੇ। ਲੋਕ ਬਿਲੋਕਤ ਭੇ ਬਿਸਮਾਵਨ। ਜਿਹੜੇ ਲੋਕ ਉੱਥੇ ਪਹਿਰੇ ਦੇ ਬਾਹਰ ਦਰਵਾਜ਼ੇ ਦੇ ਖਲੋਤੇ ਸਨ, ਉਹ ਵੇਖ ਕੇ ਹੈਰਾਨ ਜੇ ਹੋ ਗਏ ਜੈ ਸਿੰਘ ਦੇ ਤਾਏ। ਜਿਸ ਕੇ ਸਾਥ ਨ ਮਾਨਵ ਭੀਰ। ਇਹ ਵੀ ਵੇਖ ਰਹੇ ਆ ਵੀ ਰਾਜੇ ਦੇ ਨਾਲ ਤਾਂ ਅੱਗੇ ਲਾਓ ਲਸ਼ਕਰ ਬੜਾ ਹੁੰਦਾ ਹੈ, ਇਹਦੇ ਨਾਲ ਹੁਣ ਤਾਂ ਕਿਸੇ ਬੰਦੇ ਦੀ ਭੀੜ ਵੀ ਨਹੀਂ, ਇਕੱਲਾ ਹੀ ਤੁਰਿਆ ਆ ਰਿਹਾ ਏ। ਸਭਾ ਪਰਵੇਸ਼ਨ ਕੇ ਨਹ ਚੀਰ। ਫਿਰ ਜਿਸ ਤਰ੍ਹਾਂ ਦੇ ਕੱਪੜੇ ਕਚਹਿਰੀ 'ਚ ਦੀਵਾਨ ਵਿੱਚ ਜਾਣ ਲੱਗਿਆਂ ਪਾਉਂਦਾ ਹੈ ਬਾਦਸ਼ਾਹ ਦੇ, ਉਹੋ ਜਿਹੇ ਕੱਪੜੇ ਵੀ ਇਹਨੇ, ਪੋਸ਼ਾਕ ਵੀ ਕੋਈ ਬਹੁਤੀ ਚੰਗੀ ਨਹੀਂ ਪਹਿਨੀ ਹੋਈ। ਕਿਉਂ ਆਇਓ ਅਬ ਗਟੇ ਗਨੰਤੇ। ਇਸ ਤਰ੍ਹਾਂ ਸੋਚਾਂ ਸੋਚਦੇ ਹਨ ਪਹਿਰੇਦਾਰ ਸਿੱਖ ਸੇਵਕ ਚਿੰਤਾ ਦੇ ਵਿੱਚ ਵੀ ਇਹ ਕਾਹਦੇ ਲਈ ਆਇਆ ਹੋ, ਕੀ ਕਾਰਨ ਹੋਵੇਗਾ ਇੱਥੇ ਆਉਣ ਦਾ ਇਹਦਾ। ਦੋਸ਼ਾਏ ਪਠਿਓ ਤੁਰੰਤੇ। ਤੇ ਆਪਣੇ ਅੰਦਾਜ਼ੇ ਲਾਉਂਦੇ ਕਿਤੇ ਔਰੰਗਜ਼ੇਬ ਨੇ ਨਾ ਨਹੀਂ ਭੇਜ ਦਿੱਤਾ ਜੈ ਸਿੰਘ ਦੇ ਤਾਈ। ਤੁਤ ਦੇਖਤ ਦ੍ਰਿਗਨ ਚਲਾਏ। ਸੋ ਇਸ ਤਰ੍ਹਾਂ ਸਾਧ ਸੰਗਤ ਸੋਚਦੇ ਨੇ ਵੀ ਕਿਤੇ ਔਰੰਗਜ਼ੇਬ ਨੇ ਮਹਾਰਾਜ ਨੂੰ ਆਪਣੇ ਕੋਲ ਬੁਲਾਉਣ ਲਈ ਨਾ ਭੇਜਿਆ ਹੋਵੇ, ਜਿਹੜਾ ਇਦਾਂ ਇਕੱਲਾ ਹੀ ਰਾਜਾ ਜੈ ਸਿੰਘ ਆ ਗਿਆ। ਇਹ ਤਾਂ ਸੇਵਕ ਸੋਚ ਰਹੇ ਆ। ਉਧਰ ਜਦੋਂ ਰਾਜਾ ਅੰਦਰ ਪ੍ਰਵੇਸ਼ ਕਰ ਆਇਆ ਤੇ ਆਉਂਦਿਆਂ ਹੀ ਇਹਨੇ ਵੇਖਿਆ ਵੀ ਸਾਹਮਣੇ ਮਹਾਰਾਜ ਜਿੱਥੇ ਬੈਠਦੇ ਸਨ ਉੱਥੇ ਨਹੀਂ ਨੇ। ਇਹਨੇ ਸੱਜੇ ਖੱਬੇ ਇਧਰ ਆਪਣੇ ਚਾਰ ਸਵੇਰੇ ਨੇਤਰ ਚਲਾਏ ਨੇ ਵੇਖਣ ਲਈ ਵੀ ਕਿਧਰ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ। ਸਾਲ ਪਿਖੇ ਨਾ ਗੁਰ ਸੁਖਦਾਈ। ਆ ਸੁੱਖਾਂ ਦੇ ਦੇਣ ਹਾਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿਸੇ ਪਾਸੇ ਉਹਨਾਂ ਦਿਖੇ। ਜਦੋਂ ਚਾਰ ਸਵੇਰੇ ਝਾਤੀ ਮਾਰੀ ਤਾਂ ਸਿੱਖਿਆ ਸਾਥ ਨਾਥ ਜੈਪੁਰ ਕੇ। ਤੇ ਜਿਹੜੇ ਸਿੱਖ ਉਥੇ ਖਲੋਤੇ ਸਨ, ਅੰਬਰਪੁਰ ਦਾ ਮਾਲਕ ਜੈ ਸਿੰਘ ਕਹਿਣ ਲੱਗਾ ਸਿੱਖਾਂ ਨੂੰ, ਜਨ ਕਰੇ ਉਤਾਇਲ ਕਰਕੇ। ਬੜੀ ਕਾਹਲੀ ਨਾਲ ਪੁੱਛਦਾ ਹੈ ਵੀ ਹੇ ਗੁਰਸਿੱਖੋ ਦੱਸੋ ਕਹਾਂ ਬਿਰਾਜੇ ਸੁਖਤ ਹਜ਼ੂਰ। ਸੁੱਖਾਂ ਦੇ ਦੇਣ ਹਾਰੇ ਹਜੂਰ ਸਤਿਗੁਰੂ ਇਸ ਵੇਲੇ ਦਿਖਦੇ ਨਹੀਂ, ਸਾਹਮਣੇ ਕਿੱਥੇ ਬਿਰਾਜ ਰਹੇ ਨੇ। ਡੇਰੇ ਦਿਖੈ ਕੇ ਗਮਨੇ ਦੂਰ। ਇੱਥੇ ਮਹਾਰਾਜ ਡੇਰੇ 'ਚ ਹੀ ਹੈ ਜਾਂ ਕਿਤੇ ਦੂਰ ਗਏ ਹੋਏ ਹਨ? ਨਿਜ ਥਲ ਨਹੀਂ ਦ੍ਰਿਸ਼ਟ ਮੁਝੇ ਆਏ। ਕਿਉਂਕਿ ਮਹਾਰਾਜ ਆਪਣੇ ਆਸਣ ਤੇ ਇੱਥੇ ਸਿੰਘਾਸਣ ਤੇ ਦਾ ਮੈਨੂੰ ਸਾਹਮਣੇ ਦ੍ਰਿਸ਼ਟੀ ਨਹੀਂ ਆ ਰਹੇ। ਇਹ ਦੱਸੋ ਵੀ ਸਤਿਗੁਰੂ ਇੱਥੇ ਹੀ ਹੈ ਜਾਂ ਕਿਤੇ ਬਾਹਰ ਦੂਰ ਤਾਂ ਨਹੀਂ ਗਏ ਹੋਏ? ਤੁਮਿਆਰੇ ਕਿਮ ਭੇ ਸਮੁਦਾਇ। ਸੋ ਇਸ ਤਰ੍ਹਾਂ ਰਾਜੇ ਜੈ ਸਿੰਘ ਨੇ ਪੁੱਛਿਆ ਹੈ ਵੀ ਤੁਮ ਨਿਆਰੇ ਕਿਮ ਭੇ ਸਮੁਦਾਇ, ਵੀ ਜਦੋਂ ਮੈਂ ਅੱਗੇ ਵੇਖਦਾ ਤੁਸੀਂ ਸਾਰੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਹਾਜ਼ਰ ਹੁੰਦੇ ਹੋ, ਮਹਾਰਾਜ ਦੀ ਹਜ਼ੂਰੀ 'ਚ ਰਹਿਣ ਵਾਲੇ ਸੇਵਕ, ਅੱਜ ਕੀ ਕਾਰਨ ਹੈ ਵੀ ਸਾਰੇ ਮਹਾਰਾਜ ਤੋਂ ਨਿਆਰੇ ਵੱਖਰੇ ਹੋਏ ਬੈਠੇ ਹੋ? ਸੁਣ ਸਿੱਖਿਆ ਨ ਸਭ ਕਹਿਓ 부ਝਾਈ। ਰਾਜੇ ਦੇ ਕੋਲੋਂ ਸੁਣ ਕੇ ਸਿੱਖਾਂ ਨੇ ਸਮਝਾਉਣ ਲਈ ਦੱਸਣ ਲਈ ਸਾਰੀ ਗੱਲ ਕਹੀ ਹੈ। ਇਸ ਕਰ ਅੰਤਰ ਪਰ ਵਿਛੇ ਜਾਈ। ਕਹਿੰਦੇ ਹੇ ਰਾਜਨ, ਉਹ ਸਾਹਮਣੇ ਜਿਹੜਾ ਉਹ ਘਰ ਹੈ, ਉਸ ਘਰ ਦੇ ਇੱਕ ਕਮਰੇ 'ਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਾ ਕੇ ਪ੍ਰਵੇਸ਼ ਕਰ ਗਏ ਨੇ। ਇਕਾਕੀ ਹੋਏ ਸਕਲ ਹਟਾਏ। ਤੇ ਗੁਰਾਂ ਦਾ ਹੁਕਮ ਹੋਇਆ ਇਕਾਂਤ ਵਿੱਚ ਆਪ ਇਕੱਲੇ ਮਹਾਰਾਜ ਬਿਰਾਜਮਾਨ ਨੇ, ਸਾਨੂੰ ਸਾਰਿਆਂ ਨੂੰ ਹਟਾ ਦਿੱਤਾ ਵੀ ਤੁਸੀਂ ਬਾਹਰ ਚਲੇ ਜਾਓ। ਉਸ ਸਤਿਗੁਰ ਗਤ ਲਖੀ ਨ ਜਾਏ। ਕੁਛ ਸਤਿਗੁਰ ਗਤ ਲਖੀ ਨਾ ਜਾਏ। ਕਾਦੇ ਲਈ ਅੰਦਰ ਬੈਠੇ ਨੇ ਸਿੱਖ? ਕਹਿੰਦੇ ਮਹਾਰਾਜ ਦੀ ਇਹ ਕੋਈ ਗਤੀ, ਸਤਿਗੁਰਾਂ ਦੀ ਇਹ ਹਾਲਤ ਅਵਸਥਾ ਸਾਡੇ ਕੋਲ ਨਹੀਂ ਜਾਣੀ ਜਾਂਦੀ, ਕਿਉਂ ਬੈਠੇ ਨੇ? ਕਰ ਨਿਰਣੈ ਗਮਨਿਓ ਤਿਸ ਘਰ ਕੋ। ਉਸ ਵੇਲੇ ਜੈ ਸਿੰਘ ਰਾਜਾ ਨਿਰਣਾ ਕਰਕੇ ਜਦੋਂ ਪਤਾ ਲੱਗਾ ਵੀ ਘਰ 'ਚ ਨੇ ਸਤਿਗੁਰੂ, ਉਸ ਪਾਸੇ ਨੂੰ ਚੱਲ ਪਿਆ। ਰਾਤ ਵਿਚਾਰਤ ਸੰਸੈ ਉਰ ਕੋ। ਤੇ ਚਿੱਤ ਦੇ ਵਿੱਚ ਵਿਚਾਰਾਂ ਕਰਦਿਆਂ ਕਈ ਤਰ੍ਹਾਂ ਦੇ ਸੰਸਿਆਂ ਦੇ ਵਿੱਚ ਵਹਿੰਦਿਆਂ ਹੋਇਆਂ ਤੁਰਿਆ ਜਾ ਰਿਹਾ ਵੀ ਕੀ ਕਾਰਨ ਹੋਵੇਗਾ? ਇਸ ਕਾਰਨ ਤੇ ਮਗੁਰ ਹੋਏ। ਇਦਾਂ ਦਾ ਨਹੀਂ ਕਦੀ ਸਤਿਗੁਰਾਂ ਕੀਤੀ, ਅੱਜ ਕੀ ਕਾਰਨ ਹੋਊ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਕੱਲਿਆਂ ਨੇ ਅੰਦਰ ਨਿਵਾਸ ਰੱਖਿਆ ਏ। ਮੁਖ ਪ੍ਰਸੰਨ ਜਿਨ ਲਖ ਸਭ ਕੋਏ। ਮੁਖ ਪ੍ਰਸੰਨ ਜਿਨ ਲਖ ਸਭ ਕੋਏ। ਜਿਨ੍ਹਾਂ ਸਤਿਗੁਰਾਂ ਦਾ ਮੁਖ
ਸਾਰੇ ਹਰ ਵੇਲੇ ਹਸੂ ਹਸੂ ਕਰਦਾ ਚਿਹਰਾ ਪ੍ਰਸੰਨਤਾ ਵਿੱਚ ਵੇਖਦੇ ਸਨ। ਮੈਂ ਅਬ ਕਰਕੇ ਸਰਬ ਪ੍ਰਕਾਰ ਪਰ ਮੈਂ ਅਬ ਕਰਕੇ ਸਰਬ ਪ੍ਰਕਾਰ, ਕਹਿੰਦਾ ਮੈਂ ਹੁਣ ਸਭ ਤਰ੍ਹਾਂ ਕਰਕੇ ਕਰੋ ਖੁਸ਼ੀ ਤਿਨ ਹਿਰਦੈ ਉਦਾਰ। ਉਹਨਾਂ ਦੇ ਚਿੱਤ ਵਿੱਚ ਖੁਸ਼ੀ ਲਿਆ ਦਾਂਗਾ ਵੀ ਸਤਿਗੁਰੂ ਜੇ ਇਦਾਂ ਕਦੇ ਉਪਰਾਮ ਹੋਏ ਨੇ, ਕਿਸੇ ਕਾਰਨ ਨਾਰਾਜ਼ ਹੋ ਕੇ ਵੀ ਇਕਾਂਤ ਵਿੱਚ ਬੈਠੇ ਨੇ। ਜੈ ਸਿੰਘ ਸੋਚਦਾ ਜਾਂਦਾ ਪਤਾ ਨਹੀਂ ਕਾਰਨ ਕੀ ਹੋਵੇ, ਪਰ ਜੋ ਵੀ ਕਾਰਨ ਹੋਵੇ ਮੈਂ ਮਹਾਰਾਜ ਸਾਹਿਬ ਜੀ ਦੇ ਚਿੱਤ ਵਿੱਚ ਪ੍ਰਸੰਨਤਾ ਲਿਆਵਾਂਗਾ ਬੇਨਤੀਆਂ ਕਰਕੇ। ਮਮ ਕਰ ਆਏ ਆਨੰਦਿਤ ਰਹੈ। ਮਮ ਘਰ ਆਏ ਆਨੰਦਿਤ ਰਹੈ, ਕਿਉਂਕਿ ਮੇਰੇ ਘਰ ਗੁਰੂ ਸਾਹਿਬ ਆਏ ਨੇ, ਮੇਰਾ ਫਰਜ਼ ਬਣਦਾ ਹੈ ਉਹਨਾਂ ਨੂੰ ਖੁਸ਼ ਰੱਖਣਾ ਹਰ ਤਰ੍ਹਾਂ ਦੀ ਸੇਵਾ ਕਰਕੇ। ਆਓ ਕਲਿਆਣ ਹਮਾਰੀ ਹੈ। ਕਿਉਂਕਿ ਇਹਦੇ ਨਾਲ ਹੀ ਸਾਡੀ ਮੁਕਤੀ ਕਲਿਆਣ ਹੋਊ ਜੇ ਸਤਿਗੁਰੂ ਨੂੰ ਅਸੀਂ ਖੁਸ਼ ਰੱਖਾਂਗੇ ਤਾਂ। ਨਿਕਟ ਕਪਾਟਨ ਕੇ ਜਬ ਗਏ। ਇਹ ਤਾਂ ਸੋਚਦੇ ਆ ਜੈ ਸਿੰਘ ਜਦੋਂ ਘਰ ਦੇ ਦਰਵਾਜ਼ੇ ਦੇ ਨੇੜੇ ਪਹੁੰਚ ਗਿਆ, ਆਤਨ ਸਾਥ ਹਲਾਵਤ ਭਇਓ। ਆਪਣੇ ਹੱਥਾਂ ਨਾਲ ਜਦੋਂ ਦਰਵਾਜ਼ਾ ਹਿਲਾ ਕੇ ਵੇਖਿਆ, ਸਿੰਖਲ ਫਿਰੀ ਜਾਨ ਥਿਰ ਰਹਿਓ। ਉਸ ਵੇਲੇ ਸਮਝ ਆ ਗਈ ਵੀ ਅੰਦਰ ਜਿਹੜਾ ਕੁੰਡਾ ਹੈ, ਜੋ ਸੰਗਲੀ ਹੈ, ਉਹ ਮਹਾਰਾਜ ਸਾਹਿਬ ਨੇ ਕੁੰਡਾ ਬੰਦ ਕੀਤਾ। ਦਰਵਾਜ਼ਾ ਹਿਲਾਇਆ ਤੇ ਸੰਗਲ ਵੱਜਾ ਹੋਣ ਕਰਕੇ ਉੱਥੇ ਹੀ ਖਲੋ ਗਿਆ। ਤਹ ਕਾਰਨ ਕੇ ਤਬ ਕਹਿਓ। ਉਸ ਵੇਲੇ ਸਤਿਗੁਰਾਂ ਨੂੰ ਆਵਾਜ਼ ਮਾਰਨ ਵਾਸਤੇ ਜੈ ਸਿੰਘ ਕਹਿਣ ਲੱਗਾ, ਜੀ ਕਰੋ ਕਪਾਟ ਹਟਾਵਨ। ਕਹਿੰਦਾ ਹੇ ਪ੍ਰਭੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਤੁਹਾਡਾ ਸੇਵਕ ਆਇਆ ਹੈ, ਆਪਣੇ ਦਰਵਾਜ਼ੇ ਦੇ ਤੇ ਸੰਗਲ ਜਿਹਾ ਹਟਾ ਕੇ ਤੇ ਤਖਤੇ ਖੋਲ ਦਿਓ। ਦਾਸ ਜਾਣ ਦਿਓ ਦਰਸ਼ਨ ਪਾਵਨ। ਆਪਣਾ ਪ੍ਰੇਮੀ ਸੇਵਕ ਦਾਸ ਜਾਣ ਕੇ ਪਵਿੱਤਰ ਦਰਸ਼ਨ ਬਖਸ਼ ਦਿਓ ਸਰੂਪ ਦੇ। ਦੋਇ ਤ੍ਰੈ ਬਾਰ ਹਕਾਰਨ ਕਰੇ। ਇਸ ਤਰ੍ਹਾਂ 2-3 ਵਾਰ ਹਕਾਰਨ ਕਰੇ, 2 ਵਾਰ 3 ਵਾਰ ਮਹਾਰਾਜ ਨੂੰ ਆਵਾਜ਼ ਦਿੱਤੀ। ਜਦੋਂ ਬੋਲੇ ਗੁਰਨਾਮ ਮੌਨਤਾ ਧਰੇ। ਸਤਿਗੁਰੂ ਨੇ ਅੱਗੋਂ ਕੁਝ ਬੋਲੇ, ਮੌਨ ਹੀ ਧਾਰਨ ਕੀਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ। ਉੱਚੇ ਚੌਥੇ ਹਾਂਕ ਹਕਾਰੀ। ਤੇ ਚੌਥੀ ਵਾਰ ਫੇਰ ਜਦੋਂ ਉੱਚੀ ਆਵਾਜ਼ ਇਹਨੇ ਜੈ ਸਿੰਘ ਰਾਜੇ ਨੇ ਮਾਰੀ, ਗੁਰ ਜੀ ਕਰੋ ਕਪਾਟ ਉਘਾਰੀ। ਹੇ ਗੁਰੂ ਸਤਿਗੁਰੂ ਨਾਨਕ ਸਾਹਿਬ ਦੇ ਸਰੂਪ ਮਹਾਰਾਜ, ਦਰਵਾਜ਼ਾ ਖੋਲੋ, ਕਿਰਪਾ ਕਰੋ। ਜੈਪੁਰ ਪਤ ਮੈਂ ਦਾਸ ਤੁਮਾਰਾ। ਮਹਾਰਾਜ ਅੰਬਰਪੁਰ ਦਾ, ਮੈਂ ਅੰਬਰ ਸ਼ਹਿਰ ਦਾ ਰਾਜਾ ਤੁਹਾਡਾ ਸੇਵਕ ਆਇਆ ਹਾਂ। ਸ਼ਰਨ ਆਪ ਕੀ ਮਮ ਆਧਾਰਾ। ਮਹਾਰਾਜ ਤੁਹਾਡੀ ਸ਼ਰਨ ਲੈਣੀ, ਇਹੀ ਮੇਰੇ ਚਰਨ ਕਮਲਾਂ ਦਾ ਆਧਾਰ ਆਸਰਾ ਏ। ਮੈਂ ਅਲਪੱਗ ਭੂਲ ਕੁਛ ਕੋਈ। ਫੇਰ ਪੜਿਓ, ਮੈਂ ਅਲਪੱਗ ਭੂਲ ਕੁਛ ਹੋਈ। ਮਹਾਰਾਜ ਮੈਂ ਅਲਪਾਗਾ, ਮੈਂ ਅਲਪੱਗੇ, ਭੂਲ ਕੁਛ ਹੋਈ। ਪਾਤਸ਼ਾਹ ਜੇ ਮੇਰੇ ਕੋ ਕੋਈ ਭੁੱਲ ਹੋ ਗਈ ਹੋਵੇ, ਅਲਪੱਗ ਹੈ, ਤੁਛ ਜਿਹਾ ਬੰਦਾ ਹੈ, ਮੈਨੂੰ ਸਮਝ ਨਹੀਂ ਹੈ। ਤੁਮ ਸਰਬੱਗਿਆ ਸ਼ਮੋ ਅਬ ਪਰ ਸੋਈ। ਤੁਸੀਂ ਦਾ ਮਹਾਰਾਜ ਸਰਬੱਗੋ, ਸਭ ਕਲਾ ਸ਼ਕਤੀਆਂ ਕਰਕੇ ਸਮਰੱਥ ਹੋ। ਸਾਡੇ ਵਰਗੇ ਅਲਪੱਗ ਜੇ ਗਲਤੀ ਕਰਨ ਤਾਂ ਸਰਬੱਗ ਬਖਸ਼ ਦਿੰਦੇ ਨੇ। ਮੈਨੂੰ ਬਖਸ਼ ਦੋ ਜੇ ਕੋਈ ਗਲਤੀ ਹੋਈ ਹੋਵੇ ਤਾਂ। ਆਪ ਕਰੋ ਸਮਝਾਵਨ ਐਸੇ। ਤੇ ਫੇਰ ਮਹਾਰਾਜ ਮੈਨੂੰ ਇਸ ਤਰ੍ਹਾਂ ਤੁਸੀਂ ਸਮਝਾ ਦਿਓ, ਬੁਝਾ ਦਿਓ ਜਿਹੜੀ ਮੇਰੀ ਗਲਤੀ ਹੋਵੇ। ਸੋ ਕਹਿਤ ਪਿਤਾ ਹਿਤ ਜੈਸੇ। ਜਿਵੇਂ ਕੋਈ ਬੱਚਾ ਗਲਤੀ ਕਰੇ ਤੇ ਬਾਪ ਹਿੱਤ ਦੇ ਨਾਲ ਬੱਚੇ ਨੂੰ ਸਮਝਾਉਂਦਾ ਹੈ ਨਾ ਵੀ ਆਹ ਕੰਮ ਨਹੀਂ ਕਰੀਦਾ, ਮੈਨੂੰ ਵੀ ਇਦਾਂ ਮਹਾਰਾਜ ਦੱਸ ਦਿਓ, ਕਿਉਂਕਿ ਤੁਸੀਂ ਗੁਰੂ ਪਿਤਾ ਹੋ ਸਾਡੇ ਤੇ ਅਸੀਂ ਮਹਾਰਾਜ ਸਿੱਖ ਸੇਵਕ ਬੱਚਿਆਂ ਦੀ ਨਿਆਈ ਹਾਂ। ਜੋ ਹਮ ਤੇ ਕੁਛ ਬਿਗੜਤ ਕਾਮੀ। ਜੇ ਸਾਡੇ ਵਰਗੇ ਸੇਵਕਾਂ ਕੋ ਕੋਈ ਤੁਹਾਡਾ ਮਹਾਰਾਜ ਕੰਮ ਵਿਗੜ ਗਿਆ, ਸੇਵਾ ਨਹੀਂ ਕੋਈ ਪੂਰੀ ਹੋ ਸਕੀ। ਦਾਸ ਜਾਨ ਕਰ ਰੋਕੋ ਸੁਆਮੀ। ਹੇ ਮਹਾਰਾਜ ਦਾਸ ਜਾਣ ਕਰ ਰੋਕੋ ਸੁਆਮੀ। ਉਹ ਕੰਮ ਵਿਗਾੜਦੇ ਨੂੰ ਆਪਣਾ ਸੇਵਕ ਜਾਣ ਕੇ ਰੋਕ ਦੇਣਾ ਕਰੋ, ਹਟਾ ਦੇਣਾ ਕਰੋ। ਇਤਿਆਦਕ ਜਬ ਭਾਖੀ ਬਿਨਤੀ। ਇਤਿਆਦਕ ਜਦੋਂ ਅਨੇਕਾਂ ਬੇਨਤੀਆਂ ਜੈ ਸਿੰਘ ਰਾਜੇ ਨੇ ਮਹਾਰਾਜ ਨੂੰ ਕਹੀਆਂ, ਸੁਨ ਸਤਿਗੁਰ ਤਜ ਕਰ ਸਭ ਗਿਣਤੀ। ਉਸ ਵੇਲੇ ਫਿਰ ਪਾਤਸ਼ਾਹ ਜੀ ਵਸੀਕਾਰੀ ਪ੍ਰੇਮ ਦੇ ਬੇਨਤੀਆਂ ਦੇ ਨੇ। ਮਹਾਰਾਜ ਦਾ ਕੋਈ ਉਹ ਹੱਠ ਨਹੀਂ ਹੁੰਦਾ। ਸਤਿਗੁਰੂ ਸਾਹਿਬ ਸਿੱਖ ਦੀ ਗਲਤੀ ਕਰਕੇ ਨਾਰਾਜ਼ ਵੀ ਹੁੰਦੇ ਨੇ, ਉਹਦਾ ਪ੍ਰੇਮ ਵੇਖ ਕੇ ਫਿਰ ਮੰਨ ਵੀ ਜਾਂਦੇ ਹਨ। ਇਵੇਂ ਸਭ ਗਿਣਤੀਆਂ ਮਿਣਤੀਆਂ ਛੱਡ ਕਰਕੇ ਗੁਰਾਂ ਨੇ ਸੰਕਲ ਸ਼ੋਰ ਕਪਾਟ ਉਘਾਰੇ। ਸੰਗਲ ਜਿਹਾ ਛੱਡ ਦਿੱਤਾ ਤੇ ਦਰਵਾਜ਼ਾ ਖੋਲ ਦਿੱਤਾ। ਬੈਠੇ ਤਿਸ
ਸਥਲ ਦੁਤਵਾਰੇ। ਸੁੰਦਰਤਾ ਦੇ ਦੇਣ ਹਾਰੇ ਸਤਿਗੁਰੂ ਫਿਰ ਪਲੰਗੇ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਗਏ। ਜੈਪੁਰ ਪਤ ਪਰਵੇਸ਼ਤ ਭਇਓ। ਰਾਜਾ ਜੈ ਸਿੰਘ ਵੀ ਉਸੇ ਵੇਲੇ ਅੰਦਰ ਪ੍ਰਵੇਸ਼ ਕਰ ਗਿਆ, ਅੰਬਰਪੁਰ ਦਾ ਮਾਲਕ। ਅੰਦਰ ਹੋਏ ਦਰਸ਼ ਗੁਰ ਲਇਓ। ਤੇ ਅੰਦਰ ਪ੍ਰਵੇਸ਼ ਹੋ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕੀਤੇ। ਨੀਚੇ ਕਰੇ ਬਿਲੋਚਨ ਬੈਸੇ। ਤੇ ਅੰਦਰ ਗਿਆ ਜਦੋਂ ਕੀ ਵੇਖਦਾ ਵੀ ਸਤਿਗੁਰੂ ਨੇਤਰ ਨੀਵੇਂ ਕਰਕੇ ਬੈਠੇ ਹੋਏ, ਨੀਵੀਂ ਪਾ ਕੇ। ਉਪਰ ਦ੍ਰਿਸ਼ਟ ਕੀਨ ਨਹਿ ਕੈਸੇ। ਕਿਸੇ ਤਰ੍ਹਾਂ ਵੀ ਉੱਪਰ ਨੂੰ ਦ੍ਰਿਸ਼ਟੀ ਨਹੀਂ ਕੀਤੀ, ਰਾਜੇ ਵੱਲ ਨਹੀਂ 8ਵੇਂ ਪਾਤਸ਼ਾਹ ਨੇ ਵੇਖਿਆ। ਜਿਪ ਬੰਧਨ ਕਰ ਥਿਤ ਪਾਪਾਸ। ਰਾਜਾ ਨਮਸਕਾਰ ਕਰਕੇ ਮੱਥਾ ਟੇਕ ਕੇ ਸਤਿਗੁਰਾਂ ਦੇ ਕੋਲ ਹੀ ਬੈਠ ਗਿਆ। ਜੋਰਤ ਹਾਥ ਭਨਤ ਅਰਦਾਸ। ਦੋਵੇਂ ਹੱਥ ਜੋੜ ਕੇ ਖਲੋਤਾ ਹੋਇਆ, ਖਲੋ ਹੀ ਗਿਆ ਪਹਿਲਾਂ ਤਾਂ, ਵੀ ਹੱਥ ਜੋੜ ਕੇ ਅਰਦਾਸ ਕਰਨ ਲੱਗਾ। ਤਰੇ ਸਾਮਨ ਕੁਛ ਨਹਿ ਕਹਿਓ। ਤੇ ਤਰੇ ਦਸਾਵਨ ਕੁਛ ਨਹਿ ਕਰਿਓ, ਇਦਾਂ ਬੇਨਤੀ ਕਰਕੇ ਫਿਰ ਹੇਠਾਂ ਬੈਠਣ ਲੱਗਾ। ਨਹੀਂ ਤਾਂ ਕੁਝ ਨਾ ਕੋਈ ਵਿਛਾਈ ਹੁੰਦੀ ਜਿੱਥੇ ਰਾਜਾ ਬਹਿੰਦਾ ਸੀ, ਹੇਠਾਂ ਕੁਝ ਨਹੀਂ ਵਿਛਾਇਆ, ਭੋਏ ਧਰਤੀ ਦੇ ਭੁੰਜੇ ਹੀ ਚੌਂਕੜਾ ਮਾਰ ਕੇ ਗੁਰਾਂ ਦੇ ਕੋਲ ਬੈਠ ਗਿਆ। ਬੈਨ ਦੀਨ ਹੋਏ ਬਚਨ ਉਚਰਿਓ। ਤੇ ਬਹੁਤ ਹੀ ਦੀਨ ਹੋ ਕੇ ਥੱਲੇ ਬੈਠ ਕੇ ਸਤਿਗੁਰਾਂ ਨੂੰ ਰਾਜੇ ਨੇ ਬੇਨਤੀ ਕੀਤੀ। ਸ੍ਰੀ ਸਤਿਗੁਰ ਕਿਮ ਚਿੰਤ ਮਝਾਰੇ। ਹੇ ਸ੍ਰੀ ਸਤਿਗੁਰੂ ਜੀ, ਕਿਵੇਂ ਆਪ ਚਿੰਤਾ ਦੇ ਵਿੱਚ ਬੈਠੇ ਹੋਏ ਹੋ? ਕੌਣ ਕਾਰਨ ਪਾ ਕਰੋ ਉਚਾਰੇ। ਕੀ ਮਹਾਰਾਜ ਕਾਰਨ ਹੈ? ਉਚਾਰ ਕੇ ਮੁਖ ਤੋਂ ਦੱਸ ਦੋ, ਏਦਾਂ ਚੁੱਪ ਕਰਕੇ ਬੈਠਣ ਦਾ। ਮੇਰੋ ਸਦਨ ਆਪਨੋ ਜਾਣੋ। ਮਹਾਰਾਜ ਇਹ ਮੇਰਾ ਘਰ ਜਿਹੜਾ ਹੈ, ਇਹਨੂੰ ਤੁਸੀਂ ਆਪਣਾ ਘਰ ਹੀ ਜਾਣੋ, ਇਹ ਤੁਹਾਡਾ ਹੀ ਹੈ ਸਭ ਕੁਝ। ਸਭ ਪਰ ਮੁਖ ਤੇ ਹੁਕਮ ਬਖਾਨੋ। ਜਿੰਨੇ ਵੀ ਇੱਥੇ ਮਹਾਰਾਜ ਨੌਕਰ ਚਾਕਰ ਹੈ, ਮੇਰੇ ਸਮੇਤ ਸਾਰਿਆਂ ਦੇ ਹੁਕਮ ਕਰਿਆ ਕਰੋ, ਜੋ ਵੀ ਤੁਸੀਂ ਕਹਿਣਾ ਹੋਵੇ। ਅੰਤੈਪੁਰ ਮੈਂ ਦਾਸੀ ਗਨ ਹੈ। ਫਿਰ ਮਹਿਲਾਂ ਦੇ ਵਿੱਚ ਜਿੰਨੀਆਂ ਵੀ ਰਾਣੀਆਂ, ਦਾਸੀਆਂ, ਸੇਵਕਾਵਾਂ ਨੇ, ਕਰੇ ਸਰਬ ਸੇਵਾ ਚਹ ਮਨ ਹੈ। ਉਹ ਮਹਾਰਾਜ ਤੁਹਾਡੀ ਮਨ ਕਰਕੇ ਸਭ ਸੇਵਾ ਕਰਨੀਆਂ ਚਾਹੁੰਦੀਆਂ ਹਨ। ਸੈਨਾ ਕੋਸ਼ ਦੇਸ ਸਮੁਦਾਇ। ਆ ਜਿੰਨੀ ਵੀ ਫੌਜ ਹੈ ਮੇਰੀ, ਜਿੰਨਾ ਵੀ ਮਹਾਰਾਜ ਖਜ਼ਾਨਾ ਹੈ, ਜਿੰਨੇ ਦੇਸ਼ ਵਿੱਚ ਰਾਜ ਭਾਗ ਹੈ, ਸਭ ਕੁਝ ਹੀ ਸਕਲ ਆਪ ਕੇ ਲਖੋ ਸਦਾਈ। ਇਹ ਮਹਾਰਾਜ ਸਭ ਕੁਝ ਤੁਹਾਡਾ ਹੀ ਹੈ, ਸਦਾ ਤੁਸੀਂ ਇਹਨਾਂ ਨੂੰ ਆਪਣਾ ਹੀ ਜਾਣਨਾ ਕਰੋ। ਸਭ ਸਮਾਜ ਜੁਤ ਮੈਂ ਹੂੰ ਦਾਸ। ਸਭ ਰਾਜ ਭਾਗ ਦੇ ਸਾਜੋ ਸਮਾਨ ਸਮੇਤ ਜੈ ਸਿੰਘ ਰਾਜਾ ਕਹਿੰਦਾ ਮਿਰਜ਼ਾ ਵੀ ਹੇ ਸਤਿਗੁਰੂ ਜੀ, ਮੈਂ ਤੁਹਾਡਾ ਦਾਸ, ਤੁਹਾਡਾ ਨੌਕਰ, ਤੁਹਾਡੇ ਦਰ ਦਾ ਜੋੜੇ ਝਾੜਨ ਵਾਲਾ ਸੇਵਕ ਹਾਂ। ਚਾਹੋ ਕਹੀਜੈ ਸੋ ਮਮ ਪਾਸ। ਜੋ ਮਹਾਰਾਜ ਚਾਹੀਏ ਹਾਜ਼ਰ ਕਰਾਂਗੇ, ਹੁਕਮ ਕਰੋ ਮੇਰੇ ਤਾਈਂ। ਕੋ ਕੁਕਾਜ ਦੇਹੁ ਤਨਕ ਜਨਾਏ। ਤੇ ਕਿਹੜਾ ਕੋਈ ਮੇਰੇ ਕੋ ਕੁਕਾਜ ਹੋ ਗਿਆ, ਤਨਕ ਮਾਤਰ ਜਣਾ ਦਿਓ, ਦੱਸ ਦਿਓ ਜਿਹੜੀ ਮੇਰੀ ਗਲਤੀ ਹੈ, ਜਿਸ ਕਰਕੇ ਆਪ ਨਾਰਾਜ਼ ਹੋ। ਸਭ ਤਜ ਤਿਸ ਕੋ ਕਰੋ ਮੂੰਹ ਪਾਏ। ਸਭ ਕੰਮ ਸਾਰੇ ਹੀ ਕੰਮ ਛੱਡ ਕੇ ਉਹ ਜਿਹੜਾ ਮੇਰੇ ਕੋ ਕੰਮ ਵਿਗੜਿਆ, ਮੈਂ ਉਹਨੂੰ ਸੁਧਾਰਨ ਦੇ ਵਿੱਚ ਹੀ ਪਾਤਸ਼ਾਹ ਜੀ ਯਤਨ ਦੇ ਵਿੱਚ ਲੱਗ ਜਾਵਾਂਗਾ। ਸੰਗ ਰੱਖਿਓ ਰਸ ਰੰਗ। ਇਸ ਤਰ੍ਹਾਂ ਸਾਧ ਸੰਗਤ ਰਾਜਾ ਜੈ ਸਿੰਘ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੇਨਤੀਆਂ ਕਰ ਰਿਹਾ ਵੀ ਜੇ ਕੋਈ ਕੰਮ ਮਹਾਰਾਜ ਮੇਰੇ ਤੋਂ ਵਿਗੜਿਆ ਤੇ ਦੱਸੋ, ਮੈਂ ਉਹਨੂੰ ਸਹੀ ਕਰਨ ਦੇ ਉਪਾਅ ਵਿੱਚ ਲੱਗਾਂਗਾ, ਉਹੀ ਯਤਨ ਹੀਲਾ ਵਸੀਲਾ ਕਰਾਂਗਾ। ਤੇ ਸਭ ਤੁਹਾਡਾ ਹੀ ਹੈ, ਅਸੀਂ ਸੇਵਕ ਹੀ ਹਾਂ ਤੁਹਾਡੇ। ਇਹ ਸਤਿਗੁਰਾਂ ਨੂੰ ਬੇਨਤੀਆਂ ਕਰ ਰਿਹਾ। ਹੋਰ ਵੀ ਕੁਝ ਬੇਨਤੀ ਦੇ ਬਚਨ ਕਹਿੰਦਾ, ਗੁਰੂ ਸਾਹਿਬ ਉੱਤਰ ਵੀ ਦਿੰਦੇ ਨੇ। ਫਿਰ ਇਹਦੀ ਪ੍ਰੇਮ ਭਾਵਨਾ ਵੇਖ ਕਰਕੇ ਤੇ ਮਹਾਰਾਜ ਰਣਵਾਸ ਦੇ ਅੰਦਰ, ਮਹਿਲਾਂ ਦੇ ਅੰਦਰ ਜਾਂਦੇ ਹਨ। ਇਹ ਪ੍ਰਸੰਗ ਆਪਾਂ ਆਉਣ ਵਾਲੇ ਸਮੇਂ ਸਰਵਣ ਕਰਾਂਗੇ। ਗੁਰੂ ਸਾਹਿਬ ਦੇ ਪਵਿੱਤਰ ਇਤਿਹਾਸ ਨੂੰ ਕਹਿੰਦਿਆਂ ਸੁਣਦਿਆਂ ਹੋਈਆਂ ਅਨੇਕਾਂ ਭੁੱਲਾਂ ਬਖਸ਼ ਦੇਣੀਆਂ। ਸੰਗਤ ਦੇ ਸਤਿਗੁਰੂ ਸਮਰੱਥ ਬਖਸ਼ਣਹਾਰ ਹਨ, ਬਖਸ਼ ਲੈਣਾ। ਸਭ ਸਮਾਜ ਜੁਤ ਮੈਂ ਹੂੰ ਦਾਸ। ਚਾਹੋ ਕਹੀਜੈ ਸੋ ਮਮ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਾਥ ਅਗਮ ਪੂਰਨ ਮੋਹਿ ਮਇਆ ਤਾਰ ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਬ੍ਰਤ ਹੋਤ ਹੈ ਸੁਨਹਿ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਵਾਹਿਗੁਰੂ ਪਾਰੇ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।